ਬੱਚਾ 10 ਲੱਖ ਰੁਪਈਆ ਲਾ ਕੇ ਜਾਂ 8 ਲੱਖ ਰੁਪਈਆ ਲਾ ਕੇ ਕੋਈ ਡਿਗਰੀ ਕਰਦਾ ਛੋਟੀ ਜੀ, ਤਨਖਾਹ ਉਹਨੂੰ ਮਿਲਦੀ ਆ 7500 6500 8500। ਤੁਹਾਨੂੰ ਲੱਗਦਾ ਉਹ ਬੱਚੇ ਫਿਰ ਕੀ ਕਰਨ? ਵੀ ਇੰਨੇ ਟਾਈਮ ਤੋਂ ਬਣੇ ਹੋਏ ਨੇ ਕਾਲਜ, ਤੇ ਇੰਨੇ ਟਾਈਮ ਦੀ ਉਹ ਜਿਹੜੀ ਕਮਾਈ ਆ ਉਹ ਕਿੱਥੇ ਜਾਂਦੀ ਆ? ਜਾਂ ਫਿਰ ਹੁਣ ਤੁਸੀਂ ਕਹਿ ਰਹੇ ਹੋ ਸਾਰਾ ਕੁਝ ਸਾਡਾ ਘਾਟੇ ਦੇ ਵਿੱਚ ਸੀ, ਉਹ ਪਹਿਲਾਂ ਕਿਉਂ ਚੀਜ਼ਾਂ ਬਾਹਰ ਨਹੀਂ ਆਈਆਂ? ਜੇ ਬਾਹਰ ਆਉਂਦੀਆਂ ਸੀ ਤਾਂ ਉਹ ਸੈਟਿੰਗ ਕਿੱਥੇ ਹੋ ਜਾਂਦੀ ਸੀ? ਮਤਲਬ ਵੀ ਉਹ ਕਮਾਈ ਕਿੱਥੇ ਗਈ? ਕਾਲਜਾਂ ਵਾਲੇ ਪੇਰੈਂਟਸ ਦੇ ਸਟੂਡੈਂਟਾਂ ਦੇ ਤਰਲੇ ਵੀ ਕੱਢਦੇ ਆ, ਉਹ ਕਹਿੰਦੇ ਆ ਵੀ ਤੁਸੀਂ ਐਡਮਿਸ਼ਨ ਲੈ ਲਓ, ਫੀਸ ਭਰ ਜਾਓ ਤੇ ਡਿਗਰੀ ਲੈ ਜਾਓ। ਇਹ ਗੱਲ ਵੀ ਆ ਖਤਰਨਾਕ ਗੱਲ ਹੈ, ਸਭ ਤੋਂ ਖਤਰਨਾਕ ਗੱਲ ਇਹੀ ਹੈ। ਬਿਜ਼ਨਸਮੈਨ ਪੜ੍ਹਨਗੇ ਡੈਪਥ ਤੱਕ? ਨਹੀਂ, ਮੈਨੂੰ ਇਹ ਲੱਗਦਾ ਬਿਜ਼ਨਸਮੈਨ ਨੂੰ ਤਾਂ ਲੋੜ ਹੀ ਨਹੀਂ ਪੈਣੀ ਪੜ੍ਹਨ ਦੀ, ਉਹਨੂੰ ਲੋੜ ਨਹੀਂ ਪੈਣੀ। ਚੱਠਾ ਸਾਹਿਬ, ਤੁਹਾਨੂੰ ਲੱਗਦਾਗਾ ਵੀ ਬਿਨਾਂ ਕਮਾਈ ਤੋਂ ਬਿਜ਼ਨਸਮੈਨ ਬੰਦਾ ਇਹ ਕਿੱਤੇ ਵੱਲ ਆਇਆ? ਕਿਉਂਕਿ ਬਹੁਤ ਸਾਰੇ ਕਾਲਜਾਂ ਦਾ ਇਹ ਇਤਿਹਾਸ ਆ, ਹੁਣ ਵੀ ਜੇ ਆਪਾਂ ਦੇਖਦੇ ਹਾਂ ਜ਼ਿਆਦਾ ਲੋਕ ਬਿਜ਼ਨਸਮੈਨ ਜੁੜੇ ਹੋਏ ਨੇ ਇਹਦੇ ਨਾਲ। ਜਿਹੜਾ ਫੇਲ ਕਰਨ ਵਾਲਾ ਗਾ ਸਿਸਟਮ ਉਹ ਬੰਦ ਹੋ ਗਿਆ, ਵੀ ਸਾਰਿਆਂ ਨੂੰ ਪਾਸ ਹੀ ਕਰਨਾ, ਪਾਸ ਹੀ ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ। ਦੇ ਵੀ ਚੰਗੀ ਗੱਲ ਆ ਕਿ ਖਤਰਨਾਕ ਗੱਲ ਆ ਜ਼ਿਆਦਾ ਸੰਸਥਾਵਾਂ ਦਾ ਖੋਲ੍ਹਣਾ? ਕਿਉਂਕਿ ਲੋਕ ਪੜ੍ਹ ਜ਼ਿਆਦਾ ਰਹੇ ਨੇ ਤੇ ਬੇਰੁਜ਼ਗਾਰੀ ਵੀ ਫਿਰ ਇੱਕ ਪਾਸੇ ਮੂਹਰੇ ਖੜੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਦੋਸਤੋ, ਲਾਕਡਾਊਨ ਦੇ ਵਿੱਚ ਇੱਕ ਮੁੱਦਾ ਗਾ ਜੋ ਬੜਾ ਭਖਿਆ ਹੈਗਾ, ਕਾਲਜਿਸ, ਯੂਨੀਵਰਸਿਟੀ ਤੇ ਸਕੂਲਸ ਦਾ ਮੁੱਦਾ, ਫੀਸਾਂ ਦਾ ਮੁੱਦਾ। ਇੱਕ ਪਾਸੇ ਪੇਰੈਂਟਸ ਕਹਿ ਰਹੇ ਨੇ ਵੀ ਅਸੀਂ ਆਪਦੀਆਂ ਜੋ ਵੀ ਸਾਡੀਆਂ ਮੰਗਾਂ ਗੀਆਂ ਉਹ ਜਾਇਜ਼ ਨੇ, ਤੇ ਇੱਕ ਪਾਸੇ ਕਾਲਜਿਸ ਕਹਿ ਰਹੇ ਨੇ ਸਾਡੀਆਂ ਮੰਗਾਂ ਜਾਇਜ਼ ਨੇ। ਗੱਲ ਕੋਰਟ ਤੱਕ ਵੀ ਗਈ। ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਗੱਲਬਾਤ ਕਰਾਂਗੇ ਨਵੀਂ ਸਿੱਖਿਆ ਨੀਤੀ ਦੇ ਉੱਤੇ। ਸਾਡੇ ਨਾਲ ਮੌਜੂਦ ਨੇ ਫਤਿਹ ਗਰੁੱਪ ਆਫ ਇੰਸਟੀਟਿਊਟਸ ਦੇ ਤੇ ਡਿਗਰੀ ਕਾਲਜਿਸ ਪੰਜਾਬ ਦੇ ਪ੍ਰੈਜ਼ੀਡੈਂਟ ਸੁਖਮੰਦਰ ਸਿੰਘ ਚੱਠਾ ਸਾਹਿਬ। ਚੱਠਾ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਰਤਨਜੀਤ, ਕਿ ਤੁਸੀਂ ਮੈਨੂੰ ਆਪਣੇ ਚੈਨਲ ਦੇ ਜ਼ਰੀਏ ਆਪਣੀ ਗੱਲ ਕਹਿਣ ਦਾ ਮੌਕਾ ਦੇ ਰਹੇ ਹੋ ਜੀ। ਚੱਠਾ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਢਕਿਆ ਜਿਹਾ ਢੋਲ ਸੀਗਾ ਹੈ ਨਾ ਕਾਲਜਿਸ ਦਾ, ਤੇ ਤੁਸੀਂ ਹੁਣ ਇੱਕ ਪਾਸੇ ਮਾਲਕ ਵੀ ਹੋ ਤੁਸੀਂ ਇੱਕ ਕਾਲਜ ਦੇ, ਹੈ ਨਾ, ਤੁਸੀਂ ਸਾਰੀਆਂ ਡਿਗਰੀ ਕਾਲਜ ਨੂੰ ਰੀਪ੍ਰਜੈਂਟ ਵੀ ਕਰਦੇ ਹੋ। ਤੁਹਾਨੂੰ ਕਿੱਦਾਂ ਲੱਗਦਾ ਗਾ ਵੀ ਜਿਹੜਾ ਮਾਲਕ ਆ ਉਹ ਇੱਕ ਪਾਸੇ ਪਿੱਟੀ ਜਾਂਦਾ ਗਾ ਵੀ ਅਸੀਂ ਦਿਵਾਲੀਏ ਹੋ ਗਏ, ਸਾਡਾ ਦਿਵਾਲਾ ਨਿਕਲੀ ਜਾਂਦਾ ਗਾ, ਟਰਾਂਸਪੋਰਟ ਪਹਿਲਾਂ ਸਾਡੇ 'ਤੇ ਕਾਫੀ ਹਾਵੀ ਸੀਗੀ, ਹੁਣ ਹੋਰ ਵੀ ਚੀਜ਼ਾਂ ਆਈਆਂ, ਤੇ ਸਟੂਡੈਂਟਸ ਕਹਿ ਰਹੇ ਆ ਜਾਂ ਪੇਰੈਂਟਸ ਕਹਿ ਰਹੇ ਆ ਵੀ ਅਸੀਂ ਫੀਸਾਂ ਕਿੱਥੋਂ ਭਰੀਏ? ਰਤਨ ਜੀ, ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਸ਼ੁਰੂ ਕੀਤਾ ਹੈ ਕਿ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਕਰੋਨਾ ਆਇਆ ਨਾ ਜੀ, ਕਰੋਨਾ ਨੇ ਕਈ ਪਰਤਾਂ ਸਾਡੀਆਂ ਖੋਲ੍ਹ ਦਿੱਤੀਆਂ, ਕਈ ਪਰਤਾਂ ਜਿਨ੍ਹਾਂ ਦੇ ਵਿੱਚੋਂ ਕੁਝ ਗੱਲਾਂ ਪੋਜ਼ਿਟਿਵ ਨੇ ਤੇ ਕੁਝ ਗੱਲਾਂ ਬਹੁਤ ਨਕਾਰਾਤਮਕ ਹੋ ਗਈਆਂ ਜੀ। ਪੋਜ਼ਿਟਿਵ ਗੱਲਾਂ ਤੋਂ ਮੈਨੂੰ ਲੱਗਦਾ ਕਿ ਆਪਾਂ ਨੂੰ ਗੱਲ ਪੋਜ਼ਿਟਿਵ ਗੱਲਾਂ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ। ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ, ਜੇ ਆਪਾਂ ਇੰਡੀਆ ਤੋਂ ਆ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੋਨਾ ਨੇ ਬਹੁਤ ਗੱਲਾਂ ਪੋਜ਼ਿਟਿਵ ਦਿੱਤੀਆਂ ਨੇ ਜੀ। ਕਿਉਂਕਿ ਪੰਜਾਬ ਲਈ ਕਰੋਨਾ ਦਾ ਜਿਹੜਾ ਪ੍ਰਭਾਵ ਹੈ ਉਹ ਆਰਥਿਕਤਾ ਦੇ ਮੁਕਾਬਲੇ, ਦੂਜੇ ਸਟੇਟਾਂ ਦੇ ਮੁਕਾਬਲੇ ਸਾਡੇ ਬਹੁਤ ਘੱਟ ਪਿਆ ਜੀ, ਲੋਕਾਂ ਦੀ ਆਰਥਿਕਤਾ 'ਤੇ। ਕਿਉਂਕਿ ਪਹਿਲੀ ਗੱਲ ਤਾਂ ਹੈ ਕਿ ਕਿਸਮਤ ਹੈ ਕਿ ਸਾਡੀ ਕੁਦਰਤ ਦੀ ਮਿਹਰ ਹੈ, ਸਾਡੇ ਗੁਰੂਆਂ ਪੀਰਾਂ ਦੀ ਮਿਹਰ ਹੈ ਕਿ ਸਾਡੀ ਧਰਤੀ ਹੈ ਜਿਹੜੀ ਉਹ ਖੇਤੀਬਾੜੀ ਜਾਣੀ ਫਸਲ ਦੇ ਉੱਤੇ ਸਾਡਾ ਸਾਰਾ ਦਾਰੋਮਦਾਰ ਉਹ ਮਤਲਬ ਚੱਲਦਾ ਹੈਗਾ। ਤੇ ਉਹਦੇ ਨਾਲ ਕੀ ਹੈ, ਉਹਦੇ ਨਾਲ ਇਹ ਹੈ ਕਿ ਸਾਡੀ ਜਿਹੜੀ ਉਪਜ ਹੈ ਉਹ ਵੀ ਇਤਕੀ ਵਧੀਆ ਹੋਈ ਹੈ, ਤੇ ਕਿਰਪਾ ਦੇ ਨਾਲ ਕੋਈ ਜਿਹੜਾ ਹੈਗਾ ਕੋਈ ਕੁਦਰਤੀ ਨੁਕਸਾਨ ਵੀ ਹੈ ਜਿਹੜਾ ਉਹ ਨਹੀਂ ਹੋਇਆ। ਇਸ ਤੋਂ ਬਿਨਾਂ ਜਿਹੜਾ ਦੂਜਾ ਪੱਖ ਮੈਨੂੰ ਚੰਗਾ ਲੱਗਦਾ ਹੈ ਕਰੋਨਾ ਦਾ, ਉਹ ਇਹ ਲੱਗਦਾ ਹੈ ਕਿ ਸਾਡੇ ਪੰਜਾਬੀ ਨਾ ਬਹੁਤ ਜਾਣੀ ਆਪਾਂ ਕਹਿ ਲਈਏ ਕਿ ਵਡਿਆਈ ਦੇ ਭੁੱਖੇ ਆ ਔਰ ਸ਼ੋਸ਼ੇਬਾਜ਼ੀ ਦੇ ਭੁੱਖੇ ਆ, ਤੇ ਉਹਨਾਂ ਦੇ ਜਿਹੜੇ ਮਤਲਬ ਵਿਆਹਾਂ ਸ਼ਾਦੀਆਂ ਦੇ ਵਿੱਚ ਨਜਾਇਜ਼ ਖਰਚੇ ਸੀਗੇ ਤੇ ਉਹ ਇੰਨੇ ਜ਼ਿਆਦਾ ਹੁੰਦੇ ਸੀ ਵੀ ਪਤਾ ਨਹੀਂ ਕਿੰਨਾ ਕੁ ਲੋਕ ਆ ਜਿਹੜੇ ਬਰਬਾਦ ਕਰ ਦਿੰਦੇ ਸੀ ਇਸ ਗੱਲ ਦੇ ਨਾਲ, ਤੇ ਉਹ ਉਹਨਾਂ ਦੇ ਖਰਚੇ ਰੁਕ ਗਏ। ਤੇ ਮੈਨੂੰ ਇਹ ਲੱਗਿਆ ਕਿ ਇਹ ਵੀ ਇਨਕਮ ਹੈ ਜਿਹੜੀ ਸਾਡੇ ਲੋਕਾਂ ਦੇ ਝੋਲੀ ਦੇ ਵਿੱਚ ਕਰੋਨਾ ਕਰਕੇ ਪਈ ਹੈ, ਨਹੀਂ ਇਹ ਪੈਂਦੀ ਨਹੀਂ ਸੀ। ਤੀਜੀ ਗੱਲ ਮੈਨੂੰ ਇਹ ਲੱਗੀ ਹੈ ਕਿ ਜਿਸ ਤਰੀਕੇ ਦੇ ਨਾਲ ਖੇਤੀਬਾੜੀ ਦੇ ਵਿੱਚ ਲਾ ਲਓ ਕਿ ਸਾਡੀ ਜਿਹੜੀ ਮਤਲਬ ਲੇਬਰ ਸੀ ਉਹ ਪਹਿਲਾਂ ਸਾਰੀ ਸਾਡੀ ਇਨਕਮ ਸੀ ਜਿਹੜੀ ਉਹ ਬਾਹਰ ਚਲ ਜਾਂਦੀ ਸੀ, ਕਿਉਂਕਿ ਉਹ ਲੇਬਰ ਨੂੰ ਅਸੀਂ ਧੰਦੇ ਧੱਕੇ ਨਾਲ ਵੀ ਝੋਨਾ ਲਾਉਣ ਬਾਰੇ ਹੋਰ ਬਾਰੇ, ਤੇ ਐਤਕੀ ਸਾਡੇ ਪੰਜਾਬ ਦੇ ਲੋਕਾਂ ਨੇ ਆਪਸ ਵਿੱਚ ਪਿੰਡਾਂ ਦੇ ਵਿੱਚ ਸਹਿਮਤੀਆਂ ਕਰਕੇ ਬੜੇ ਚੰਗੇ ਰਿਸ਼ਤੇ ਸਿਰਜਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਨੇ ਉਹ ਜਿਹੜੀ ਇਨਕਮ ਸੀਗੀ ਲੋਕਾਂ ਦੇ ਵਿੱਚ, ਜੋ ਲੇਬਰ ਸੀ, ਮਜ਼ਦੂਰੀ ਸੀ, ਉਹ ਸਾਰੀ ਆਪਣੇ ਪਿੰਡਾਂ 'ਚ ਰਹੇਗੀ। ਸਾਡੀ ਆਮਦਨ ਸਾਡੇ ਪੰਜਾਬ ਦੀ ਸਾਡੇ ਕੋਲੇ ਰਹੇਗੀ। ਕੋਈ ਇਸ ਤਰ੍ਹਾਂ ਦੇ ਕਈ ਗੱਲਾਂ ਪੋਜ਼ਿਟਿਵ ਵੀ ਹੈਗੀਆਂ ਤੇ ਕਈ ਗੱਲਾਂ ਨੈਗੇਟਿਵ ਵੀ ਆਈਆਂ, ਜਿਹਦੇ ਵਿੱਚੋਂ ਮੈਂ ਸਮਝਦਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਇੰਡਸਟਰੀ ਹੈ ਜਿਹਦੇ ਵਿੱਚ ਲੇਬਰ ਬਾਹਰੋਂ ਕੰਮ ਕਰਦੀ ਸੀ, ਤੇ ਉਹ ਇੰਡਸਟਰੀ ਹੈ ਜਿਹੜੀ ਉਹ
ਬਹੁਤ ਨੁਕਸਾਨੀ ਗਈ ਹੈ ਕਿਉਂਕਿ ਲੇਬਰ ਜਿਹੜੀ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਜਿਹੜੀ ਕੰਮ ਕਰਨ ਦੀ ਫਿਤਰਤ ਹੈ ਉਹ ਬਾਹਰ ਜਾ ਕੇ ਤਾਂ ਬਹੁਤ ਹੈ, ਪਰ ਪੰਜਾਬ ਦੇ ਵਿੱਚ ਕੰਮ ਕਰਨ ਦਾ ਸੁਭਾਅ ਸਾਡਾ ਜਾਣੀ ਲੇਬਰ ਦੇ ਰੂਪ 'ਚ ਬਹੁਤ ਘੱਟ ਹੈ। ਤੇ ਉਹ ਬਾਹਰੋਂ ਲੇਬਰ ਜਿਹੜੀ ਆਈ ਉਹ ਗਈ, ਉਹਦੇ ਕਰਕੇ ਸਾਡੀ ਇੰਡਸਟਰੀ ਦਾ ਤਾਂ ਨੁਕਸਾਨ ਬਹੁਤ ਹੋਇਆ। ਸਭ ਤੋਂ ਵੱਡਾ ਇੰਪੋਰਟੈਂਟ ਗੱਲ ਜਿਹੜੀ ਇਹ ਆਈ ਹੈ ਕਿ ਸਭ ਤੋਂ ਮਾੜਾ ਪ੍ਰਭਾਵ ਹੈ ਜਿਹੜਾ ਉਹ ਸਿੱਖਿਆ ਸੰਸਥਾਵਾਂ 'ਤੇ ਪਿਆ। ਸਭ ਤੋਂ ਵੱਧ ਪ੍ਰਭਾਵਿਤ ਸਿੱਖਿਆ ਸੰਸਥਾਵਾਂ ਹੋਈਆਂ ਕਿਉਂਕਿ ਕਾਰਨ ਕੀ ਹੈ, ਸਿੱਖਿਆ ਸੰਸਥਾਵਾਂ ਜਿਹੜੀਆਂ ਚੱਲਦੀਆਂ ਰੈਗੂਲਰ ਇੱਕ ਤਰ੍ਹਾਂ ਦਾ ਪ੍ਰੋਸੈਸ ਹੈ, ਇੱਕ ਪ੍ਰਕਿਰਿਆ ਹੈ ਇਹ ਜਿਹੜੀ ਸਿੱਖਿਆ ਦੇਣੀ ਹੈ, ਤੇ ਜਿਹਦੇ ਵਿੱਚ ਸਰਕਾਰਾਂ ਦਾ ਜਿਹੜਾ ਸਿੱਖਿਆ ਦੇਣ ਦਾ ਜਾਣੀ ਕਿ ਯੋਗਦਾਨ ਹੈ ਉਹ ਮੈਂ ਕਹਿੰਦਾ ਨਾ ਮਾਤਰ ਹੈ। ਸਾਡੀ 70 ਤੋਂ 80% ਜਿਹੜੀ ਸਿੱਖਿਆ ਹੈ ਉਹ ਸਾਡੀ ਪ੍ਰਾਈਵੇਟ ਐਜੂਕੇਸ਼ਨ ਪ੍ਰੋਵਾਈਡਰ ਦੇ ਰਹੇ ਆ, ਜਿਹੜੀ ਤੋਂ ਆਮ ਜਿਹੜੇ ਲੋਕ ਨੇ ਉਹ ਜਾਣੂ ਨਹੀਂ ਇਸ ਗੱਲ, ਇਸ ਸੱਚਾਈ ਤੋਂ। ਲੋਕਾਂ ਨੂੰ ਇਹ ਲੱਗਦਾ ਹੈ ਕਿ ਸਰਕਾਰ ਖਬਰ ਨਹੀਂ ਕਿੰਨੀ ਵੱਡੀ ਸਿੱਖਿਆ ਦੇ ਰਹੀ ਹੈ, ਸਰਕਾਰ ਪਤਾ ਨਹੀਂ ਕਿੰਨੀ ਕੁ ਸਿੱਖਿਆ ਹੈ ਜਿਹੜੀ ਉਹ ਲੋਕਾਂ ਨੂੰ ਦੇ ਦੂਗੀ, ਜਦੋਂ ਕਿ ਸੱਚਾਈ ਇਹ ਹੈ ਕਿ ਸਾਰੀ ਦੀ ਸਾਰੀ ਐਜੂਕੇਸ਼ਨ ਸਰਕਾਰ ਦੇਣ ਦੇ ਸਮਰੱਥ ਹੀ ਹੈ ਨਹੀਂ। ਜੇਕਰ ਤੇ ਉਹ ਜਿਹੜੀ ਸਾਰੀ ਦੀ ਸਾਰੀ ਐਜੂਕੇਸ਼ਨ ਦਾ ਦੇਣ ਦਾ ਪ੍ਰਬੰਧ ਪਿਛਲੇ ਲੰਬੇ ਸਮੇਂ ਤੋਂ, ਮੈਂ ਕਹਿੰਦਾ ਇਸ ਗੱਲ ਦੇ ਵਿੱਚ ਕੋਈ ਮੈਨੂੰ ਕਹਿਣ ਦੇ ਵਿੱਚ ਹਰਜ ਨਹੀਂ ਕਿ ਕੈਪਟਨ ਸਰਕਾਰ ਨੇ ਕਿਹਾ ਕਿ ਸਾਡੇ ਬੱਚੇ ਆ ਜਿਹੜੇ ਉਹ ਬਾਹਰਲੇ ਸਟੇਟਾਂ ਦੇ ਵਿੱਚ ਪੜ੍ਹਨ ਜਾਂਦੇ ਆ, ਬਾਹਰਲੇ ਸਟੇਟਾਂ 'ਚ ਸਾਡੇ ਪੰਜਾਬ ਦਾ ਰੈਵਨਿਊ ਜਾਂਦਾ ਹੈ, ਕਿਉਂ ਨਾ ਇੱਥੇ ਕਾਲਜ ਬਣਾਏ ਜਾਣ। ਤਾਂ ਉਹਨਾਂ ਨੇ ਪ੍ਰਾਈਵੇਟ ਮਤਲਬ ਜਿਹੜੇ ਇਨਵੈਸਟਰਸ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਹੋਰ ਕਾਰੋਬਾਰ ਬਣਾਉਣ ਦੀ ਬਜਾਏ ਨਾ ਤੇ ਤੁਸੀਂ ਸਿੱਖਿਆ ਸੰਸਥਾਵਾਂ ਬਣਾਓ ਤਾਂ ਕਿ ਸਾਡੇ ਬੱਚੇ ਜਿਹੜੇ ਇੰਜੀਨੀਅਰ ਬਣ ਸਕਣ, ਸਾਡੇ ਬੱਚੇ ਡਾਕਟਰ ਬਣ ਸਕਣ, ਸਾਡੇ ਬੱਚੇ ਨਰਸਿੰਗ ਦੇ ਵਿੱਚ ਜਾ ਸਕਣ, ਵੱਖ-ਵੱਖ ਪੋਲੀਟੈਕਨਿਕ ਕਰ ਸਕਣ। ਤੇ ਉਹ ਲੋਕਾਂ ਨੇ ਕੀ ਕੀਤਾ, ਇਹ ਗੱਲ ਮੰਨ ਕੇ ਸਰਕਾਰਾਂ ਦੀ ਉਹਨਾਂ ਨੇ ਧੜਾ ਧੜ ਹਜ਼ਾਰਾਂ ਅਰਬਾਂ ਰੁਪਏ ਹੈ ਜਿਹੜੇ ਉਹ ਸਿੱਖਿਆ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਬਣਾਉਣ 'ਤੇ ਖਰਚ ਕਰਦੇ। ਹੁਣ ਹੈ ਕੀ ਇਹਦੀ ਸੱਚਾਈ ਕੀ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਵੱਡੀ ਗੱਲ, ਖੁਸ਼ੀ ਵਾਲੀ ਗੱਲ ਇਹ ਹੈ ਕਿ ਤੁਸੀਂ ਇੰਡੀਆ ਦੇ ਜਿਹੜੇ ਮਰਜ਼ੀ ਸਟੇਟ ਦੇ ਵਿੱਚ ਚਲੇ ਜਾਓ, ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿੱਖਿਆ ਇਨਫਰਾਸਟ੍ਰਕਚਰ ਹੈ ਉਹ ਪ੍ਰਾਈਵੇਟ ਇਨਵੈਸਟਰਸ ਨੇ ਇੰਨਾ ਵਧੀਆ ਬਣਾਇਆ ਕਿ ਮੇਰੇ ਖਿਆਲ 'ਚ ਕਿਤੇ ਵੀ ਇੰਨਾ ਵਧੀਆ ਇਨਫਰਾਸਟ੍ਰਕਚਰ ਨਹੀਂ ਹੈਗਾ, ਇੰਨੇ ਵਧੀਆ ਬਿਲਡਿੰਗਾਂ, ਇੰਨੇ ਵਧੀਆ ਖੇਡ ਮੈਦਾਨ, ਇੰਨਾ ਵਧੀਆ ਸਿਸਟਮ ਇਹ ਪ੍ਰਾਈਵੇਟ ਇਨਵੈਸਟਰਸ ਨੇ ਕੀਤਾ। ਤੇ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਿਆ ਸਾਧਨ ਬਣਿਆ ਸਾਡੇ ਵਾਸਤੇ, ਜਿਹਦੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਉਹਨੂੰ ਵਰਤਣਾ ਚਾਹੀਦਾ। ਸਾਨੂੰ ਸਰਕਾਰ ਨੂੰ ਇਹੋ ਜਿਹੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਜਿਹਦੇ ਨਾਲ ਉਹ ਸਿੱਖਿਆ ਢਾਂਚਾ ਸਾਡਾ ਉਹ ਬਰਬਾਦ ਨਾ ਹੋਵੇ, ਉਹਦੀ ਵਰਤੋਂ ਹੋ ਜੇ, ਸਾਡੇ ਬੱਚਿਆਂ ਵਾਸਤੇ ਬਣਿਆ ਹੋ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਆਪਣਾ ਅਸਲੀ ਗੱਲ ਤੇ ਆਈਏ ਕਿ ਕਰੋਨਾ ਨੇ ਕੀ ਕੀਤਾ ਨਾ, ਕੁਝ ਰਿਸ਼ਤਿਆਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ, ਮੈਂ ਕਹੂੰਗਾ ਕਿ ਉਹਨਾਂ ਨੇ ਇਸ ਬੱਚਿਆਂ ਦੇ ਸਿੱਖਿਆ ਸੰਸਥਾਵਾਂ, ਮਾਪਿਆਂ, ਅਧਿਆਪਕਾਂ ਤੇ ਸਿੱਖਿਆ ਪ੍ਰੋਵਾਈਡਰਸ ਦੇ ਵਿੱਚ ਜਿਹੜੀ ਹੈਗੀ ਆ ਦਰਾੜ ਪਾਉਣ ਦੀ, ਤਰੇੜ ਪਾਉਣ ਦੀ, ਰਿਸ਼ਤਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਜਿਹਦਾ ਸਿੱਟਾ ਅੱਜ ਇਹ ਵੀ ਮਹਿਸੂਸ ਕਰਦਾ ਕਿ ਥਾਈਂ ਮਾਂ ਪਿਓ ਨੂੰ ਇਹ ਲੱਗ ਰਿਹਾ ਕਿ ਸਿੱਖਿਆ ਸੰਸਥਾਵਾਂ ਜਿਹੜੀਆਂ ਉਹ ਬਹੁਤ ਮਹਿੰਗੀਆਂ, ਬਹੁਤ ਇਹ ਕਰਦੀਆਂ, ਅਸੀਂ ਫੀਸਾਂ ਨਹੀਂ ਭਰਦੇ ਜਾਂ ਫੀਸਾਂ ਸਾਥੋਂ ਕਿਉਂ ਲਈਆਂ ਜਾ ਰਹੀਆਂ ਵਗੈਰਾ ਇੰਨੇ ਕੁਐਸਚਨ ਜਿਹੜੇ ਚੱਲ ਰਹੇ ਆ। ਪਰ ਮੈਂ ਕਹਿੰਦਾ ਵੀ ਇਹਦੀ ਜਦੋਂ ਤੁਸੀਂ ਡੂੰਘਾਈ ਤੱਕ ਜਾਂਦੇ ਹੋ ਤੇ ਡੂੰਘਾਈ ਤੱਕ ਜਾ ਕੇ ਸਾਨੂੰ ਇਹ ਲੱਗਦਾ ਹੈਗਾ ਕਿ ਇਹ ਸਾਡੇ ਬੱਚਿਆਂ ਖਾਤਰ ਬਣਾਇਆ ਹੋਇਆ ਢਾਂਚਾ ਹੈ। ਇਹਨੂੰ ਬਚਾਉਣ ਦੇ ਲਈ ਸਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇੱਕ ਦੂਜੇ ਦੇ ਨੇੜੇ ਹੋ ਕੇ ਸਾਡੇ ਆਪਸੀ ਰਿਸ਼ਤੇ ਆ ਜਿਹੜੇ ਬਣੇ ਆ, ਕਿਉਂਕਿ ਇੱਕ ਚੱਠਾ ਸਾਹਿਬ ਮੈਂ ਤੁਹਾਡੀ ਮਾਫੀ ਚਾਹੂੰਗਾ, ਗੱਲ ਰੋਕਣਾ ਚਾਹੂੰਗਾ। ਤੁਸੀਂ ਕਿਹਾ ਬੱਚਿਆਂ ਖਾਤਰ ਬਣਾਇਆ ਹੋਇਆ ਢਾਂਚਾ ਗਾ, ਪਰ ਹੁਣ ਬੱਚਿਆਂ ਦੇ ਵੀ ਬਿਆਨ ਆ ਰਹੇ ਆ, ਖਾਸ ਕਰਕੇ ਪੇਰੈਂਟਸ ਦੇ ਵੀ ਬਿਆਨ ਆ ਰਹੇ ਆ। ਇਹ ਗੱਲ ਕਾਲਜਾਂ 'ਚੋਂ ਵੀ ਆਪਾਂ ਬਾਬਾ ਫਰੀਦ ਦਾ ਮਸਲਾ ਦੇਖਿਆ ਪਿੱਛੇ ਦਿਨੀ ਵੀ ਉੱਥੇ ਪੇਰੈਂਟਸ ਕਹਿ ਰਹੇ ਆ ਤੇ ਬੱਚੇ ਕਹਿ ਰਹੇ ਆ ਵੀ ਸਾਡੇ ਗਲ ਗੂਠਾ ਦਿੱਤਾ ਜਾ ਰਿਹਾ, ਧੱਕਾ ਕੀਤਾ ਜਾ ਰਿਹਾ ਸਾਡੇ ਨਾਲ, ਵੀ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਆਈਆਂ ਜਾਂ ਕਾਲਜਿਸ ਨੇ ਜਿਹੜੇ ਉਹ ਧੜੱਲੇਦਾਰ ਬੰਦੇ ਨੇ, ਤਕੜੇ ਬੰਦੇ ਨੇ, ਉਹਨਾਂ ਦੀ ਪੋਲੀਟੀਕਲ ਸਾਂਝਗਾਠ ਵੀ ਆ, ਸਾਰਾ ਕੁਛ ਆ, ਸਾਰਾ ਸਿਸਟਮ ਆਉਂਦਾ। ਇਸ ਤੋਂ ਆਪਾਂ ਪਾਸਾ ਵੀ ਨਹੀਂ ਵੱਟ ਸਕਦੇ। ਕਿਤੇ ਨਾ ਕਿਤੇ ਇਹ ਗੱਲ ਸੱਚੀ ਵੀ ਹੈ ਵੀ ਇੰਨੇ ਤਕੜੇ ਲੋਕ ਆ, ਇੰਨੇ ਟਾਈਮ ਤੋਂ ਕਮਾਈ ਵੀ ਹੋ ਰਹੀ ਸੀ, ਫਿਰ ਇਹ ਸਾਲ ਇਹਨੂੰ ਇੱਦਾਂ ਚਲਾ ਨਹੀਂ ਸਕਦੇ ਜਾਂ ਕੁਛ ਜ਼ਿਆਦਾ ਰਿਆਇਤਾਂ ਨਹੀਂ ਦਿੱਤੀਆਂ ਜਾ ਰਹੀਆਂ ਵੀ ਜਿੰਨੀਆਂ ਦੇਣੀਆਂ ਚਾਹੀਦੀਆਂ ਗੀਆਂ। ਰਤਨ ਜੀ ਬੜਾ ਇੰਪੋਰਟੈਂਟ ਕੁਐਸਚਨ ਤੇ ਜਿਹੜੀ ਆਪਾਂ ਸੂਈ ਉਸੇ ਗੱਲ ਤੇ ਆ ਗਈ ਆਪਣੀ ਜੀ, ਕਿ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਕੋਈ ਵੀ ਐਸਾ ਸੰਸਥਾ ਦਾ ਮਾਲਕ ਨਹੀਂ ਹੋਊਗਾ ਜੀ, ਕਿਉਂਕਿ ਮੈਨੂੰ ਲੱਗਦਾ ਕਿ 90% ਸੰਸਥਾਵਾਂ ਦੇ ਮਾਲਕ ਐਸੇ ਨੇ ਵੀ ਜਿਨ੍ਹਾਂ ਦਾ ਸਾਰਾ ਦਾਰੋਮਦਾਰ ਸਟੂਡੈਂਟਸ ਦੇ ਉੱਤੇ ਉਹ ਜੋ ਮਤਲਬ ਲੱਗਦਾ ਹੈਗਾ ਸਟੂਡੈਂਟਸ ਦੇ ਉੱਤੇ ਨਿਰਭਰ ਹੈਗਾ। ਜੇਕਰ ਉਸਦੇ ਸੰਸਥਾ ਵਿੱਚ ਸਟੂਡੈਂਟ ਆਉਣਗੇ, ਖੁਸ਼ ਹੋਣਗੇ, ਜੇਕਰ ਸੰਸਥਾ ਦੇ ਵਿੱਚੋਂ ਅੱਛੀ ਐਜੂਕੇਸ਼ਨ ਲੈ ਕੇ ਜਾਣਗੇ ਤਾਂ ਹੀ ਉਹ ਸੰਸਥਾ ਮਤਲਬ ਕਾਮਯਾਬ ਹੋ ਸਕਦੀ ਹੈ, ਚੱਲ ਸਕਦੀ ਹੈ। ਨਹੀਂ ਤਾਂ ਸਿੰਪਲ ਗੱਲ ਹੈ ਕਿੰਨਾ ਕੁ ਦੇਰ ਤੱਕ ਇਹ ਚੱਲੂਗਾ, ਉਹ ਤੋਂ ਬਾਅਦ ਉਹਨਾਂ ਨੂੰ ਨੈਚੁਰਲੀ ਗੱਲ ਆ ਦੂਜੀਆਂ ਸੰਸਥਾਵਾਂ ਜਾਂ ਉਹ ਹਟ ਕੇ ਦੂਜੇ ਥਾਂ ਚਲੇ ਜਾਣਗੇ।
ਪਰ ਜੋ ਅਸੀਂ ਦੇਖ ਰਹੇ ਹਾਂ, ਜੋ ਅਸੀਂ ਮਹਿਸੂਸ ਕਰ ਰਹੇ ਹਾਂ, ਮੈਂ ਬਤੌਰ ਪ੍ਰੈਜ਼ੀਡੈਂਟ ਇਹ ਵੀ ਗੱਲ ਕਰ ਰਿਹਾ ਕਿ ਮੈਨੂੰ ਇਹ ਲੱਗਦਾ ਕਿ ਜਿੰਨੇ ਕੁ ਬੱਚਿਆਂ ਦੇ ਲਈ ਸਿੱਖਿਆ ਸੰਸਥਾਵਾਂ, ਉਹਨਾਂ ਦੇ ਅਸਲੀ ਰਿਕਾਰਡ ਫਰੋਲਣ ਤੋਂ ਪਤਾ ਲੱਗਦਾ ਹੈ ਕਿ ਕਿੰਨੀਆਂ ਉਹ ਫੀਸਾਂ ਬੱਚਿਆਂ ਨੂੰ ਮਾਫ ਕਰ ਰਹੀਆਂ, ਕਿੰਨੇ ਉਹ ਬੱਚਿਆਂ ਦੇ ਜਿਹੜੇ ਹੈਗੇ ਆ ਉਹ ਦੁੱਖ ਸੁੱਖ ਸੁਣ ਕੇ ਉਹਨਾਂ ਦੇ ਲਈ ਕਿਸ਼ਤਾਂ ਬਣਾ ਰਹੀਆਂ ਜਾਂ ਕਿੰਨਾ ਕੰਪਰੋਮਾਈਜ਼ ਕਰ ਰਹੀਆਂ। ਇਹ ਅਸਲ ਦੇ ਵਿੱਚ ਕੀ ਹੈ, ਇਹ ਬਾਹਰ ਗੱਲ ਕੁਝ ਹੋਰ ਹੈ, ਅੰਦਰਲੇ ਪਾਸੇ ਗੱਲ ਕੁਝ ਹੋਰ ਹੁੰਦੀ ਹੈ। ਮੇਰੇ ਖਿਆਲ ਦੇ ਮੁਤਾਬਕ ਇਹ ਹੈ ਕਿ ਕੋਈ ਵੀ ਸੰਸਥਾ ਦਾ ਮਾਲਕ ਇੰਨਾ ਐਡਾਮੈਂਟ ਨਹੀਂ ਹੋ ਸਕਦਾ ਜਿਹੜਾ ਕਿ ਬੱਚੇ ਦੇ ਆਪਣੇ ਸਟੂਡੈਂਟਸ ਦਾ, ਆਪਣੇ ਬੱਚਿਆਂ ਦੇ ਪੇਰੈਂਟਸ ਦਾ ਦੁੱਖ ਸੁੱਖ ਨਾ ਸੁਣੇ। ਇਹ ਹੋ ਨਹੀਂ ਸਕਦਾ। ਮੈਂ ਇਸ ਗੱਲ ਦਾਅਵੇ ਨਾਲ ਕਹਿਣਾ ਕਿ ਕਿਸੇ ਬੱਚੇ ਦੀ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, ਉਹ ਆਪਣੇ ਸੰਸਥਾ ਦੇ ਮਾਲਕ ਕੋਲ ਜਾਵੇ, ਜੇਕਰ ਔਰ ਗੱਲ ਇਹ ਹੈ ਕਿ ਜੈਨੂਅਨ ਹੋਵੇ, ਕਿ ਕੋਰਟ ਨੇ ਵੀ ਕਿਹਾ, ਕੋਰਟ ਨੇ ਵੀ ਪਹਿਲਾਂ ਦੇਖੋ ਮਾਂ ਪਿਓ ਦਾ ਤੇ ਸਕੂਲਾਂ ਦਾ ਐਸੋਸੀਏਸ਼ਨ ਦਾ ਉਹ ਗਿਆ ਕੋਰਟ ਦੇ ਵਿੱਚ, ਤਾਂ ਕੋਰਟ ਨੇ ਵੀ ਕਿਹਾ ਵੀ ਜਿਹਦੀ ਜੈਨੂਅਨ ਪ੍ਰੋਬਲਮ ਹੈ, ਜਿਹਦੀ ਵਾਕਈ ਕੋਈ ਆਮਦਨ ਪ੍ਰਭਾਵਿਤ ਹੋਈ ਹੈ, ਜਿਹਦੀ ਵਾਕਈ ਕੋਈ ਸਮੱਸਿਆ ਹੈਗੀ ਹੈ, ਨਹੀਂ ਭਰ ਸਕਦਾ, ਤਾਂ ਨੈਚੁਰਲੀ ਗੱਲ ਆ ਉਹ ਸੰਸਥਾ ਕੋਲ ਜਾਵੇ, ਸੰਸਥਾ ਨੂੰ ਦੱਸੇ, ਲਿਖ ਕੇ ਦੱਸੇ। ਤੇ ਜੇਕਰ ਉਹ ਫੇਰ ਨਹੀਂ ਸੁਣਦਾ ਤਾਂ ਤੁਹਾਡੇ ਕੋਲ ਰਾਹ ਹੈਗੇ, ਤੁਸੀਂ ਆਪਣੇ ਐਜੀਟੇਸ਼ਨ ਵੀ ਕਰ ਸਕਦੇ ਹੋ, ਤੁਸੀਂ ਆਪਣੀ ਅਥਾਰਟੀ ਕੋਲ ਜਾ ਸਕਦੇ ਹੋ, ਉਹਨਾਂ 'ਤੇ ਕੇਸ ਪਵਾ ਸਕਦੇ ਹੋ, ਸਰਕਾਰ ਕੋਰਟਾਂ ਵੀ ਤੁਹਾਡੀ ਸੁਣਨਗੀਆਂ। ਚੱਠਾ ਸਾਹਿਬ, ਕੋਰਟ ਨੇ ਕਹਿਤੀ ਗੱਲ, ਮੰਨਦੇ ਆ ਕੋਰਟ ਨੇ ਕਹਿਤਾ, ਪਰ ਤੁਸੀਂ ਵੀ ਪ੍ਰੈਜ਼ੀਡੈਂਟ ਹੋ, ਸਾਰੇ ਅਦਾਰੇ ਪ੍ਰਾਈਵੇਟ ਆ ਜਿਹੜੇ ਉਹ ਮਿਲ ਕੇ ਇੱਕ ਅਜਿਹਾ ਫੈਸਲਾ ਨਹੀਂ ਕਰ ਸਕਦੇ ਆਪਦੇ ਤੌਰ ਦੇ ਉੱਤੇ, ਕਿਉਂਕਿ ਜਿਹੜੀ ਜ਼ਿਆਦਾ ਲੋਕਾਂ ਦੇ ਵਿੱਚ ਆਮ ਗੱਲ ਆ, ਜੇ ਆਪਾਂ ਪੇਂਡੂ ਗੱਲ ਦੀ ਗੱਲ ਕਰੀਏ, ਉਹ ਕਹਿੰਦੇ ਵੀ, ਮੈਂ ਪਹਿਲਾਂ ਵੀ ਪ੍ਰਸ਼ਨ ਉਹ ਦੁਬਾਰਾ ਮੈਂ ਕਰ ਰਿਹਾ ਹੈਗਾ ਵੀ ਇੰਨੇ ਟਾਈਮ ਤੋਂ ਕਾਲਜ ਬਣੇ ਹੋਏ ਨੇ, ਆਪਾਂ ਪਰਟੀਕੂਲਰ ਕਿਸੇ ਦਾ ਨਾਮ ਨਹੀਂ ਲੈਂਦੇ, ਵੀ ਇੰਨੇ ਟਾਈਮ ਤੋਂ ਬਣੇ ਹੋਏ ਨੇ ਕਾਲਜ, ਤੇ ਇੰਨੇ ਟਾਈਮ ਦੀ ਉਹ ਜਿਹੜੀ ਕਮਾਈ ਆ ਉਹ ਕਿੱਥੇ ਜਾਂਦੀ ਆ, ਜਾਂ ਫਿਰ ਹੁਣ ਤੁਸੀਂ ਕਹਿ ਰਹੇ ਹੋ ਸਾਰਾ ਕੁਝ ਸਾਡਾ ਘਾਟੇ ਦੇ ਵਿੱਚ ਸੀ, ਉਹ ਪਹਿਲਾਂ ਕਿਉਂ ਚੀਜ਼ਾਂ ਬਾਹਰ ਨਹੀਂ ਆਈਆਂ, ਜੇ ਬਾਹਰ ਆਉਂਦੀਆਂ ਸੀ ਤਾਂ ਉਹ ਸੈਟਿੰਗ ਕਿੱਥੇ ਹੋ ਜਾਂਦੀ ਸੀ, ਮਤਲਬ ਵੀ ਉਹ ਕਮਾਈ ਕਿੱਥੇ ਗਈ, ਵੀ ਹੁਣ ਕੁਛ ਉਹੋ ਜਿਹੀ ਰਾਇਤ ਤੁਸੀਂ ਆਪਦੇ ਸਿਰ ਦੇ ਉੱਤੇ ਨਹੀਂ ਦੇ ਸਕਦੇ, ਆਪਾਂ ਕੋਰਟ ਤੇ ਹੀ ਕਿਉਂ ਸਾਰੀ ਗੱਲ ਛੱਡੀ ਹੋਈ ਆ। ਬੜੀ ਡੂੰਘੀ ਗੱਲ ਹੈ ਇਹ ਜਿਹੜੀ ਤੁਸੀਂ ਮੇਰੇ ਤੋਂ ਰਤਨ ਜੀ ਪੁੱਛੀ ਹੈ। ਪਹਿਲੀ ਗੱਲ ਤਾਂ ਕਮਾਈ ਦੇ ਸਾਧਨ ਹੀ ਹੈ ਨਹੀਂ ਇਹ। ਕਮਾਈ ਇਹਨਾਂ 'ਚ ਕੀ ਹੈ? ਕਮਾਈ ਦੇ ਸਾਧਨ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ ਵੀ ਇੱਕ ਸੰਸਥਾ ਨੂੰ ਜਦੋਂ ਕੋਈ ਬਣਾਉਂਦਾ ਨਾ ਬੰਦਾ, ਤਾਂ ਉਦੋਂ ਉਹਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਇਹਦਾ ਭਵਿੱਖ ਅੱਗੇ ਜਾ ਕੇ ਕੀ ਹੋਣਾ। ਇਹ ਸੰਸਥਾਵਾਂ ਬਣੀਆਂ ਮੋਟੀਵੇਸ਼ਨ ਦੇ ਆਧਾਰ 'ਤੇ, ਕਿਉਂਕਿ ਇਹ ਸੰਸਥਾਵਾਂ ਜਿਵੇਂ 2002-03 2000 ਤੋਂ ਲੈ ਕੇ ਉਦੋਂ ਸੰਸਥਾਵਾਂ ਇੱਕਦਮ ਹੋਂਦ 'ਚ ਆਈਆਂ, ਤਾਂ ਉਦੋਂ ਸੰਸਥਾਵਾਂ ਬਣ ਗਈਆਂ। ਮੈਂ ਇਹ ਨਹੀਂ ਕਹਿੰਦਾ ਕਿ ਸੰਸਥਾਵਾਂ ਦੇ ਵਿੱਚ ਪੈਸੇ ਨਹੀਂ ਕਮਾਏ ਹੋਣੇ, ਸਟਾਰਟਿੰਗ ਦੇ ਵਿੱਚ ਸ਼ੁਰੂ ਦੇ ਵਿੱਚ ਸੰਸਥਾਵਾਂ ਨੇ ਪੈਸੇ ਕਮਾਏ, ਕਿਉਂਕਿ ਉਦੋਂ ਥੋੜ੍ਹੀਆਂ ਸੀ, ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ, ਤੇ ਉਦੋਂ ਉਹ ਫੀਸਾਂ ਲੈ ਕੇ ਤਨਖਾਹਾਂ ਵੀ ਘੱਟ ਹੁੰਦੀਆਂ ਸੀ, ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ, ਤਾਂ ਉਦੋਂ ਹੋ ਸਕਦਾ ਵੀ ਕੁਝ ਸੰਸਥਾਵਾਂ ਨੇ ਪੈਸੇ ਕਮਾਏ ਹੋਣ। ਪਰ ਹੁਣ ਤਾਂ ਇਹ ਹੈ ਕਿ ਜਿਉਂ-ਜਿਉਂ ਢਾਂਚਾ ਹੋ ਰਿਹਾ, ਤੇ ਪਹਿਲੀ ਗੱਲ ਤਾਂ ਇਹ ਹੈ ਵੀ ਇਹਦਾ ਸਾਰਾ ਸਿਸਟਮ ਆਨਲਾਈਨ ਹੈ, ਇਹਦੀ ਇਕੱਲੀ ਰਸੀਦ ਦਾ, ਇਕੱਲੇ ਖਰਚੇ ਦਾ ਤੁਹਾਡੇ ਕੋਲੋਂ ਕਿੰਨੇ ਡਿਪਾਰਟਮੈਂਟ ਆ ਜਿਹੜੇ ਹਿਸਾਬ ਲੈਂਦੇ ਆ, ਇਹਦੇ ਵਿੱਚੋਂ ਤੁਸੀਂ ਸਾਰੀ ਦੀ ਸਾਰੀ ਜਿੰਨੀ ਤੁਹਾਡੀ ਫੀਸ ਇਕੱਠੀ ਹੁੰਦੀ ਹੈ ਉਹਨੂੰ ਤੁਸੀਂ ਇਹਦੇ ਵਿੱਚ ਹੀ ਖਰਚਣਾ ਹੁੰਦਾ। ਤੁਸੀਂ 85% ਇਹਦਾ ਖਰਚ ਕੇ 15% ਤੁਸੀਂ ਬਚਾਉਣਾ ਹੁੰਦਾ। ਇਹਦਾ ਇਕੱਲੀ ਪਾਈ ਦਾ ਹਿਸਾਬ ਇਨਕਮ ਟੈਕਸ ਡਿਪਾਰਟਮੈਂਟ ਲੈਂਦਾ। ਤੁਹਾਡਾ ਆਡਿਟ ਹੁੰਦਾ, ਤੁਹਾਡੇ 10 ਆਡਿਟ ਹੁੰਦੇ ਆ ਇੱਥੇ, ਉਹ ਯੂਨੀਵਰਸਿਟੀਆਂ ਆਰਡਰ ਲੈਂਦੀਆਂ, ਸਰਕਾਰਾਂ ਆਰਡਰ ਲੈਂਦੀਆਂ, ਇਨਕਮ ਟੈਕਸ ਡਿਪਾਰਟਮੈਂਟ ਆਰਡਰ ਲੈਂਦਾ। ਤਾਂ ਜਿਹੜੀ ਕਮਾਈ ਹੁੰਦੀ ਹੈ, ਕਮਾਈ ਵਾਲਾ ਤਾਂ ਇਹਦੇ 'ਚ ਕੋਈ ਮੇਰੇ ਖਿਆਲ ਦੇ ਵਿੱਚ ਹੈ ਨਹੀਂ। 15% ਵੀ ਕਮਾਈ ਜਿਹੜੀ ਬਚਦੀ ਹੁੰਦੀ ਹੈ ਨਾ, ਤਾਂ ਉਹ ਵੀ ਇਹ ਹੁੰਦਾ ਕਿ ਅਗਲੇ ਸਾਲ ਨਵੇਂ ਪ੍ਰੋਜੈਕਟ ਵਾਸਤੇ ਤੁਸੀਂ ਖਰਚ ਕਰਨੀ ਹੁੰਦੀ ਹੈ। ਤੁਸੀਂ ਉਹ ਜੇਕਰ ਉਹ ਤੁਸੀਂ ਖਰਚ ਨਹੀਂ ਕਰਦੇ ਤਾਂ ਅਗਲੇ ਸਾਲ ਫਿਰ ਪੈਂਡਿੰਗ ਰਹਿੰਦੀ ਹੈ, ਤਾਂ ਉਹ ਤੁਹਾਡਾ ਇਨਕਮ ਟੈਕਸ ਡਿਪਾਰਟਮੈਂਟ ਉਹਦੇ 'ਤੇ ਟੈਕਸ ਲਾ ਦਿੰਦਾ, ਔਰ ਉਹਦੀ ਪੈਨਲਟੀ ਬਹੁਤ ਵੱਡੀ ਹੁੰਦੀ ਹੈ। ਇਸ ਕਰਕੇ ਕਮਾਈ ਵਾਲਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ। ਇਹ ਗਲਤਫਹਿਮੀਆਂ ਲੋਕਾਂ ਦੇ ਵਿੱਚ ਬਣੀਆਂ ਹੋਈਆਂ ਵੀ ਬਹੁਤ ਵੱਡੀ ਕਮਾਈ ਹੈ। ਕਮਾਈ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨਾ ਪ੍ਰੋਜੈਕਟ ਦੇ ਉੱਤੇ ਬੰਦੇ ਨੇ ਆਪਦੀਆਂ ਜ਼ਮੀਨ ਜਾਇਦਾਦ, ਆਪਦੇ ਪੈਸੇ ਟਕੇ, ਗਹਿਣਾ ਗੱਪਤਾ, ਸਾਰੀ ਪ੍ਰਾਪਰਟੀ ਇਹਦੇ ਉੱਤੇ ਲਾਈ ਹੁੰਦੀ ਹੈ, ਤੇ ਉਦੋਂ ਬਾਅਦ ਇਹਦਾ ਕਰਜ਼ਾ ਜਿਹੜਾ ਬਾਕੀ ਬਚਦੀ ਚੀਜ਼, ਕਿਉਂਕਿ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਹੁੰਦੀ ਹੈ, ਇਹ ਬਹੁਤ ਛੋਟੀ ਚੀਜ਼ ਨਹੀਂ ਹੁੰਦੀ। ਇਹਦੇ ਵਿੱਚ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਬੰਦੇ ਨੇ ਜਿਹੜੇ ਨੇ ਖੋਲ੍ਹ ਲਿਆ, ਉਹਦੀ ਸਾਰੀ ਪੂੰਜੀ ਲੱਗ ਕੇ ਵੀ ਇਹਦਾ ਜਿਹੜਾ ਹੈਗਾ ਉਹ ਢਾਂਚਾ ਤਿਆਰ ਨਹੀਂ ਹੁੰਦਾ। ਤੇ ਇਹਦੀ ਜਿਹੜੀ ਕਮਾਈ ਹੈ, ਜਿਹੜਾ ਇਹਦਾ ਕਰਜ਼ਾ ਹੁੰਦਾ, ਬੈਂਕ ਦੀਆਂ ਕਿਸ਼ਤਾਂ ਲਗਾਤਾਰ 20-30 ਸਾਲ ਦੀਆਂ ਲੰਬੇ ਦੀਆਂ ਬੈਂਕ ਦੀਆਂ ਕਿਸ਼ਤਾਂ ਹੁੰਦੀਆਂ, ਉਹਨਾਂ ਦਾ ਵਿਆਜ ਵੀ ਪੂਰਾ ਨਹੀਂ ਹੁੰਦਾ ਜੇ ਆਪਾਂ ਜੀ ਇਹਦੀ ਉਸ ਦੀ ਗੱਲ ਕਰੀਏ। ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਲੋਕਾਂ ਨੂੰ ਬਹੁਤ ਵੱਡੀ ਗਲਤਫਹਿਮੀ ਹੈ ਕਿ ਬਹੁਤ ਵੱਡੀਆਂ ਕਮਾਈਆਂ ਹੈਗੀਆਂ। ਠੀਕ ਹੈ, ਜਿਹੜੀਆਂ ਕਮਾਈਆਂ ਕੀਤੀਆਂ ਸੀ ਉਹਦੇ ਸਿੱਟਾ ਕੀ ਹੋਇਆ? ਉਹਨਾਂ ਨੇ ਕੀ ਕੀਤਾ, ਕਿਉਂਕਿ ਇੱਕ ਵਾਰੀ ਕਮਾਈ ਹੋ ਗਈ, ਉਹਨਾਂ ਨੂੰ ਇਹ ਲੱਗਿਆ ਕਿ ਹੁਣ ਬੱਚਿਆਂ ਦੀ ਖਾਤਰ ਆਹ ਬਣਾ ਦਿਓ, ਹੁਣ ਨਵਾਂ ਕਾਲਜ ਹੋਰ ਖੋਲ੍ਹ ਦਿਓ। ਉਹਨੇ ਪ੍ਰੋਜੈਕਟ ਵਧਾਤੇ। ਹੋਇਆ ਕੀ ਕਿ ਇੱਕ ਪ੍ਰੋਜੈਕਟ ਬਣਿਆ, ਉਹ ਤੋਂ ਬਾਅਦ ਉਹ 'ਚ ਜਿੰਨੀ ਕਮਾਈ ਉਹਨਾਂ ਨੂੰ ਲੱਗਿਆ,
ਖਰਚਣੀ ਤਾਂ ਉਹਦੇ ਵਿੱਚ ਹੀ ਹੁੰਦੀ ਹੈ। ਉਹਨਾਂ ਨੇ ਹੋਰ ਬਿਲਡਿੰਗ ਬਣਾ ਲਈ, ਉਸ ਤੋਂ ਬਾਅਦ ਉਹਨਾਂ ਨੂੰ ਹੋਰ ਲੱਗਾ, ਉਹਨਾਂ ਨੇ ਹੋਰ ਇਨਫਰਾਸਟ੍ਰਕਚਰ ਕਰਤਾ, ਤਾਂ ਇਸ ਤਰੀਕੇ ਨਾਲ ਵੱਡੀਆਂ ਵੱਡੀਆਂ ਬਿਲਡਿੰਗਾਂ ਸਾਹਮਣੇ ਆਉਣ ਲੱਗੀਆਂ। ਚੱਠਾ ਸਾਹਿਬ, ਤੁਹਾਨੂੰ ਲੱਗਦਾਗਾ ਵੀ ਬਿਨਾਂ ਕਮਾਈ ਤੋਂ ਬਿਜ਼ਨਸਮੈਨ ਬੰਦਾ ਇਹ ਕਿੱਤੇ ਵੱਲ ਆਇਆ? ਕਿਉਂਕਿ ਬਹੁਤ ਸਾਰੇ ਕਾਲਜਾਂ ਦਾ ਇਹ ਇਤਿਹਾਸ ਆ, ਹੁਣ ਵੀ ਜੇ ਆਪਾਂ ਦੇਖਦੇ ਹਾਂ ਜ਼ਿਆਦਾ ਲੋਕ ਬਿਜ਼ਨਸਮੈਨ ਜੁੜੇ ਹੋਏ ਨੇ ਇਹਦੇ ਨਾਲ। ਅਧਿਆਪਕ ਵਰਗ ਦੇ ਪਿਛੋਕੜ ਰੱਖਣ ਵਾਲੇ ਜਾਂ ਟੀਚਿੰਗ ਦੇ ਪ੍ਰੋਫੈਸ਼ਨ ਨਾਲ ਤਾਲੁਕ ਰੱਖਣ ਵਾਲੇ ਲੋਕ ਘੱਟ ਆ, ਬਿਜ਼ਨਸਮੈਨ ਤਬਕਾ ਜ਼ਿਆਦਾ ਹੈਗਾ। ਉਹ ਕਿੱਦਾਂ ਫਿਰ ਬਿਨਾਂ ਕਮਾਈ ਤੋਂ ਕਿਵੇਂ? ਬਿਲਕੁਲ ਰਤਨ ਜੀ, ਇਹ ਗੱਲ ਤੁਹਾਡੀ ਬੜੀ ਵਾਜਬ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹਦੇ ਵਿੱਚ ਬਿਜ਼ਨਸਮੈਨ ਲੋਕ ਆਏ ਆ। ਇਹਦੇ ਵਿੱਚ ਬਿਜ਼ਨਸਮੈਨ ਲੋਕ ਆਏ ਹੈ, ਇਹਦੇ ਤੋਂ ਕਤਈ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹਦਾ ਮਾੜਾ ਪ੍ਰਭਾਵ ਵੀ ਗਿਆ, ਇਹ ਤੋਂ ਕਤਈ ਮੁਨਕਰ ਨਹੀਂ ਹੋਇਆ ਜਾ ਸਕਦਾ। ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ, ਪਰ ਸਵਾਲ ਇਹ ਪੈਦਾ ਹੁੰਦਾ ਹੈ ਅਸੀਂ ਇਸ ਨੂੰ ਪੋਜ਼ਿਟਿਵ ਕਿਵੇਂ ਦੇਖਦੇ ਹਾਂ? ਅਸੀਂ ਇਸ ਨੂੰ ਪੋਜ਼ਿਟਿਵ ਇਹ ਦੇਖਦੇ ਹਾਂ ਕਿ ਜੇਕਰ ਸਰਕਾਰਾਂ ਸੁਹਿਰਦ ਹੋਣ, ਅਸੀਂ ਬਿਜ਼ਨਸਮੈਨਾਂ ਤੋਂ ਕੀ ਕਰਵਾ ਲਿਆ? ਬਿਜ਼ਨਸਮੈਨਾਂ ਤੋਂ ਜੇਕਰ ਉਹੀ ਬਿਜ਼ਨਸਮੈਨ ਜੇ ਤੁਹਾਡੇ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਸ਼ਰਾਬ ਦਾ ਕਾਰੋਬਾਰ ਜਾਂ ਹੋਰ ਪੁੱਠੇ ਸਿੱਧੇ ਕਾਰੋਬਾਰ ਕਰ ਦਿੰਦੇ, ਪੈਸਾ ਤਾਂ ਉਹਨਾਂ ਨੇ ਕਮਾਉਣਾ, ਪੈਸਾ ਤਾਂ ਇਨਵੈਸਟਮੈਂਟ ਕਰਨੀ ਹੈ। ਪਰ ਚੰਗੀ ਗੱਲ ਕੀ ਹੋਈ ਹੈ? ਮੈਂ ਕਹਿਣਾ ਚੰਗੀ ਗੱਲ ਇਹ ਹੋਈ ਹੈ ਕਿ ਉਹਨਾਂ ਨੇ ਲੱਖਾਂ ਕਰੋੜਾਂ ਰੁਪਈਆ ਸੰਸਥਾਵਾਂ ਬਣਾਤੀਆਂ ਲਾ ਕੇ। ਉਹਨਾਂ ਨੇ ਸੰਸਥਾਵਾਂ, ਠੀਕ ਹੈ, ਉਹ ਸਹੀ ਢੰਗ ਨਾਲ ਚਲਾ ਨਹੀਂ ਰਹੇ। ਕਿਉਂ ਨਹੀਂ ਚਲਾ ਰਹੇ? ਚੱਠਾ ਸਾਹਿਬ, ਤੁਸੀਂ ਇਹ ਨਹੀਂ ਮੰਨਦੇ ਵੀ ਚੰਗੀ ਗੱਲ ਆ ਕਿ ਖਤਰਨਾਕ ਗੱਲ ਆ ਜ਼ਿਆਦਾ ਸੰਸਥਾਵਾਂ ਦਾ ਖੋਲ੍ਹਣਾ? ਕਿਉਂਕਿ ਲੋਕ ਪੜ੍ਹ ਜ਼ਿਆਦਾ ਰਹੇ ਨੇ ਤੇ ਬੇਰੁਜ਼ਗਾਰੀ ਵੀ ਫਿਰ ਇੱਕ ਪਾਸੇ ਮੂਹਰੇ ਖੜੀ ਆ। ਮੈਂ ਤੁਹਾਡੀ ਇਸ ਗੱਲ ਦਾ ਵੀ ਮੇਰੇ ਕੋਲੇ ਜਾਣੀ ਮੈਂ ਕਹਿੰਦਾ ਬੜਾ ਪੋਜ਼ਿਟਿਵ ਜਵਾਬ ਹੈਗਾ। ਮੈਂ ਤੁਹਾਨੂੰ ਦੱਸਦਾ, ਕਿਉਂਕਿ ਬੱਚਿਆਂ ਨੇ ਤਾਂ ਦੇਖੋ ਪੜ੍ਹਨਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਾਡੇ ਪੰਜਾਬ ਦੇ ਬੱਚਿਆਂ ਨੇ ਪੜ੍ਹਨਾ ਹੈ, ਚਾਹੇ ਜੇ ਇੱਥੇ ਸੰਸਥਾਵਾਂ ਹੈਗੀਆਂ ਤਾਂ ਇੱਥੇ ਪੜ੍ਹਨਗੇ, ਨਹੀਂ ਉਹਨਾਂ ਨੂੰ ਬਾਹਰ ਜਾਣਾ ਪਊਗਾ। ਜਿਵੇਂ ਤੁਸੀਂ ਐਜੂਕੇਸ਼ਨ ਕਾਲਜ ਸੀ, ਪਹਿਲਾਂ ਸਾਡੇ ਬੱਚੇ ਜੰਮੂ ਕਸ਼ਮੀਰ ਦੇ ਵਿੱਚ B.Ed ਕਰਨ ਜਾਂਦੇ, ਹੋਰ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਪਤਾ ਨਹੀਂ ਕਿੱਥੇ ਕਿੱਥੇ ਠੱਗੀਆਂ ਮਰਵਾਉਂਦੇ। ਹੁਣ ਸਾਡੇ ਪੰਜਾਬ ਦੇ ਵਿੱਚ ਹੀ ਕਿੰਨੇ ਐਜੂਕੇਸ਼ਨ ਕਾਲਜ ਆ ਤੇ ਉਹਨਾਂ ਦੇ ਵਿੱਚ ਬੱਚੇ ਪੜ੍ਹਦੇ। ਪੜ੍ਹਨਾ ਕੋਈ ਮਾੜੀ ਗੱਲ ਨਹੀਂ, ਪੜ੍ਹੋ ਚੰਗਾ। ਫਿਰ ਰੋਜ਼ਗਾਰ ਕਿੱਥੇ ਆ? ਰੋਜ਼ਗਾਰ, ਹਾਂ, ਕਿੱਡੀ ਵਧੀਆ ਗੱਲ ਤੁਸੀਂ ਕੀਤੀ ਹੈ। ਤਾਂ ਰੋਜ਼ਗਾਰ ਪੈਦਾ ਕਿਹਨੇ ਕਰਨਾ? ਇਹ ਸੰਸਥਾਵਾਂ ਆਪਣੇ ਆਪ ਦੇ ਵਿੱਚ ਰੋਜ਼ਗਾਰ ਪੈਦਾ ਕਰ ਰਹੀਆਂ। ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ, ਕੋਈ ਪੰਜਾਬ ਦੀ ਐਸੀ ਇੰਡਸਟਰੀ ਨਹੀਂ ਹੈ ਜਿੰਨਾ ਰੋਜ਼ਗਾਰ ਐਜੂਕੇਸ਼ਨ ਸੰਸਥਾਵਾਂ ਨੇ ਦਿੱਤਾ ਹੋਇਆ। ਕੋਈ ਪੰਜਾਬ ਦੀ ਇੰਡਸਟਰੀ ਨਹੀਂ ਹੈ ਜਿਹੜੀ ਰੋਜ਼ਗਾਰ ਇੰਨਾ ਦਿੰਦੀ ਹੋਵੇ। ਤੁਸੀਂ ਮੇਰੀ ਗੱਲ ਸੁਣੋ। ਮੈਂ ਇੱਕ ਮਿੰਟ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਬਿਲਕੁਲ। ਬੱਚਾ 10 ਲੱਖ ਰੁਪਈਆ ਲਾ ਕੇ ਜਾਂ 8 ਲੱਖ ਰੁਪਈਆ ਲਾ ਕੇ ਕੋਈ ਡਿਗਰੀ ਕਰਦਾ, ਛੋਟੀ ਜੀ ਤਨਖਾਹ ਉਹਨੂੰ ਮਿਲਦੀ ਆ 7500, 6500, 8500। ਤੁਹਾਨੂੰ ਲੱਗਦਾ ਉਹ ਬੱਚੇ ਫਿਰ ਕੀ ਕਰਨ? ਹਾਂ ਬਿਲਕੁਲ, ਤੁਸੀਂ ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ 7500, 8500, 6500। ਹੁਣ ਮੈਨੂੰ ਇੱਕ ਗੱਲ ਮੇਰੀ ਪਹਿਲਾਂ ਪੂਰੀ ਕਰਨ ਦਿਓ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸੰਸਥਾਵਾਂ ਹੈਗੀਆਂ, ਜਿੱਥੋਂ ਤੱਕ ਤਨਖਾਹਾਂ ਦੀ ਗੱਲ ਹੈ ਉਹ ਤਾਂ ਆਪਾਂ ਕਰਦੇ ਹਾਂ 2 ਮਿੰਟ ਬਾਅਦ, ਪਰ ਮੈਨੂੰ ਇੱਕ ਗੱਲ ਕਲੀਅਰ ਕਰਨ ਦਿਓ ਕਿ ਜਿੰਨੀ ਇੰਡਸਟਰੀ ਨੂੰ ਅਸੀਂ ਤਵੱਜੋ ਦਿੰਦੇ ਆ, ਸਰਕਾਰਾਂ ਤਵੱਜੋ ਦਿੰਦੀਆਂ ਵੀ ਇੰਡਸਟਰੀ ਆਵੇ, ਉਹ ਆਵੇ, ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਵੀ ਕੀਤਾ ਜਾ ਰਿਹਾ। ਮੈਂ ਕਹਿੰਦਾ ਪੰਜਾਬ ਦੇ ਵਿੱਚ ਜਿੰਨੀ ਇੰਡਸਟਰੀ ਲੱਗੀ ਹੈ ਉਹਦੇ ਵਿੱਚ ਜਿੰਨੀ ਲੇਬਰ, ਜਿੰਨੇ ਆਫੀਸਰ, ਜਿੰਨੇ ਬੰਦੇ ਕੰਮ ਕਰਦੇ ਸਾਰੇ ਮਾਈਗ੍ਰੈਂਟ ਲੇਬਰ ਹੈ, ਟੋਟਲ ਬਾਹਰੋਂ ਆਈ ਹੈ। ਪੰਜਾਬ ਦੇ ਬੰਦੇ ਨੂੰ ਤਾਂ ਨੌਕਰੀ ਨਹੀਂ ਦਿੱਤੀ ਜਾਂਦੀ। ਇਹ ਜਿਹੜੇ 1650 ਕਾਲਜ ਹੈ, 10,000 ਸਕੂਲ ਹੈ, ਇਹਦੇ ਵਿੱਚ ਪਹਿਲੀ ਗੱਲ ਤਾਂ ਸਾਰੇ ਪੰਜਾਬੀਆਂ ਦਾ ਪੈਸਾ ਲੱਗਿਆ ਹੋਇਆ। ਕੋਈ ਪੋਲੂਸ਼ਨ ਨਹੀਂ, ਕੋਈ ਧਰਤੀ ਨਹੀਂ ਗੰਦੀ ਕਰਦੇ, ਕੁਝ ਨਹੀਂ ਕਰਦੇ। ਪੋਜ਼ਿਟਿਵਿਟੀ ਇਹਦੇ ਵਿੱਚ ਜਿੰਨੇ ਬੱਚੇ ਕੰਮ ਕਰਦੇ ਆ, ਚਾਹੇ ਘੱਟ ਤੇ ਕਰਦੇ ਆ, ਚਾਹੇ ਵੱਧ ਤੇ ਕਰਦੇ ਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹਦੀ ਜਿੰਨੀ ਸਮਰੱਥਾ ਹੈਗੀ। ਮੈਂ ਤੁਹਾਨੂੰ ਦੱਸਣਾ ਤਨਖਾਹਾਂ ਦੀ ਗੱਲ, ਜਿਹਦੀ ਜਿੰਨੀ ਸਮਰੱਥਾ ਹੈਗੀ ਆ, ਮੈਂ ਦਾਅਵੇ ਨਾਲ ਕਹਿਣਾ, ਮੈਂ 80% ਤੋਂ 90% ਸੰਸਥਾਵਾਂ ਦੀ ਗੱਲ ਕਰਦਾ, 10% ਦੀ ਗੱਲ ਨਹੀਂ ਕਰਦਾ। ਕੰਪਨੀਆਂ ਵੀ ਆਈਆਂ, ਹੋਰ ਵੀ ਆਇਆ, ਸਾਰਾ ਕੁਝ ਹੈਗਾ। ਪਰ ਮੈਂ ਕਹਿੰਦਾ ਮੈਂ ਬਹੁ ਗਿਣਤੀ ਦੀ ਗੱਲ ਕਰਦਾ। ਆਪਦੇ ਸਟਾਫ ਨੂੰ, ਆਪਦੇ ਟੀਚਰਸ ਨੂੰ, ਆਪਦੇ ਬੱਚਿਆਂ ਨੂੰ ਉਹ ਸਹੂਲਤਾਂ ਦੇਣ ਵਾਸਤੇ, ਉਹਨਾਂ ਦੀ ਮਦਦ ਕਰਨ ਵਾਸਤੇ ਤੇ ਜੀ ਜਾਨ ਲਾ ਦਿੰਦੇ ਹੁੰਦੇ ਚੇਅਰਮੈਨ, ਮਾਲਕ। ਕਿਉਂਕਿ ਉਹ ਨਹੀਂ ਚਾਹੁੰਦੇ, ਉਹਨਾਂ ਨੂੰ ਪਤਾ ਹੈਗਾ, ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਪਤਾ ਹੈਗਾ ਕਿ ਜੇਕਰ ਸਾਡੇ ਸਟਾਫ, ਸਾਡੇ ਬੱਚੇ ਖੁਸ਼ ਹੋਣਗੇ ਤਾਂ ਹੀ ਇਹ ਸੰਸਥਾਵਾਂ ਦਾ ਵਜੂਦ ਆ, ਨਹੀਂ ਇਹਨਾਂ ਦਾ ਕੋਈ ਵਜੂਦ ਨਹੀਂ। ਉਹ ਇਹ ਗਲਤਫਹਿਮੀ ਲੋਕਾਂ ਨੂੰ ਇਹ ਹੈ ਵੀ ਖਬਰ ਨਹੀਂ, ਇਹ ਕਿਸੇ ਦੀ ਗੱਲ ਸੁਣਦੇ ਨਹੀਂ। ਮੈਂ ਕਹਿੰਦਾ ਜੇ ਮਾਪੇ ਬਣ ਕੇ ਸੰਸਥਾ 'ਚ ਕਿਤੇ ਆਪਦੀ ਗੱਲ ਰੱਖਦੇ ਆ, ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਬੰਦਾ ਉਹਨਾਂ ਦੀ ਗੱਲ ਨਾ ਸੁਣੇ। ਇਹ ਨਹੀਂ ਹੋ ਸਕਦਾ। ਚੱਠਾ ਸਾਹਿਬ, ਤੁਸੀਂ ਗਲਤਫਹਿਮੀ ਦੀ ਗੱਲ ਕੀਤੀ ਆ, ਹੈ ਨਾ? ਗਲਤਫਹਿਮੀਆਂ ਲੋਕਾਂ ਨੂੰ ਇੱਕ ਨਹੀਂ, ਲੋਕਾਂ ਨੂੰ ਬਾਹਲੀਆਂ ਗਲਤਫਹਿਮੀ ਕਿ ਇਹ ਵੀ ਆ ਕਾਲਜਾਂ ਵਾਲੇ ਪੇਰੈਂਟਸ ਦੇ, ਸਟੂਡੈਂਟਾਂ ਦੇ ਤਰਲੇ ਵੀ ਕੱਢਦੇ ਆ। ਉਹ ਕਹਿੰਦੇ ਆ ਵੀ ਤੁਸੀਂ ਐਡਮਿਸ਼ਨ ਲੈ ਲਓ, ਫੀਸ ਭਰ ਜਾਓ ਤੇ ਡਿਗਰੀ ਲੈ ਜਾਓ। ਇਹ ਗੱਲ ਵੀ ਆ ਖਤਰਨਾਕ ਗੱਲ ਹੈ। ਸਭ ਤੋਂ ਖਤਰਨਾਕ ਗੱਲ ਇਹੀ ਹੈ ਜਿਹੜੀ ਕਿ ਸਰਕਾਰ ਨੂੰ ਚਾਹੀਦਾ ਹੈ, ਜਿਹਦੀ ਕਿ ਸਾਡੇ ਸਾਧਨ ਬਣੇ ਹੋਏ ਆ, ਉਹਨਾਂ ਦੀ ਸੁਚੱਜੀ ਵਰਤੋਂ। ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਕਿ ਸਾਡੇ ਸਾਧਨ ਬਣ ਗਏ, ਇਹ ਬਿਲਡਿੰਗਾਂ ਬਣ ਗਈਆਂ, ਇਹ ਗਰਾਊਂਡ ਬਣ ਗਏ, ਇਹ ਥੀਏਟਰ ਬਣ ਗਏ, ਬਹੁਤ ਚੀਜ਼ਾਂ ਐਸੀਆਂ ਬਣ ਗਈਆਂ ਜਿੱਥੇ ਸਾਡੇ ਬੱਚਿਆਂ ਦਾ ਵਿਕਾਸ ਹੋਣਾ। ਸਾਡੇ ਬੱਚਿਆਂ ਦੀ ਇੱਕ ਬਹੁਤ ਇੰਪੋਰਟੈਂਟ ਉਮਰ ਹੈ, ਉਸ ਦੇ ਵਿੱਚ ਬੱਚਿਆਂ ਨੇ ਡਿਵੈਲਪ ਕਰਨਾ ਆਪਣੇ ਆਪ ਨੂੰ। ਉਹਨਾਂ ਸਾਧਨਾਂ ਦੇ ਉੱਤੇ ਕੰਮ ਕਰਨਗੇ। ਸਾਡੀ ਸਰਕਾਰ ਨੂੰ ਚਾਹੀਦਾ
ਕਿ ਉਹਦੀ ਸੁਚੱਜੀ ਵਰਤੋਂ ਯਕੀਨੀ ਬਣਾਵੇ। ਜਿਹੜਾ ਅਸਲੀ ਮੁੱਦਾ ਹੈ, ਸਰਕਾਰ ਆਪਦੇ ਸੁਚੱਜੀ ਵਰਤੋਂ ਯਕੀਨੀ ਬਣਾਉਣ ਦੇ ਉਸ ਮਕਸਦ ਤੋਂ ਭੱਜ ਰਹੀ ਹੈ। ਉਹ ਕਿਤੇ ਨਾ ਤਾਂ ਉਹਦੇ ਕੋਲੇ ਕੋਈ ਪਾਲਿਸੀ ਹੈ, ਕਿਉਂਕਿ ਸਰਕਾਰ ਸੁਚੱਜੀ ਵਰਤੋਂ ਬਣਾਊਗੀ ਨਾ ਤਾਂ ਸਰਕਾਰ ਦੇ ਉੱਤੇ ਬਹੁਤ ਸਾਰੇ ਐਸੇ ਸਵਾਲ ਨੇ ਜਿਹੜੇ ਸਰਕਾਰ ਦੇ ਫਰਜ਼ ਬਣਦੇ ਆ। ਸਰਕਾਰ ਆਪਣੇ ਫਰਜ਼ਾਂ ਤੋਂ ਭੱਜਣ ਵਾਸਤੇ ਇਵੇਂ ਬਿਨਾਂ ਗੱਲ ਤੋਂ ਲੋਕਾਂ ਦੇ ਵਿੱਚ ਇੱਕ ਪਾੜਾ ਪਵਾ ਕੇ ਵੋਟਾਂ ਦੀ ਰਾਜਨੀਤੀ ਕਰਨ ਵਾਸਤੇ ਇੱਕ ਮੁੱਦਾ ਛੱਡ ਦਿੰਦੀ ਹੈ। ਹੁਣ ਬਿਨਾਂ ਗੱਲ ਤੋਂ ਲੋਕਾਂ ਨੂੰ ਤੇ ਸੰਸਥਾਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਖੜਾ ਕਰਤਾ, ਉਹ ਬੈਠੇ ਪਾਸੇ, ਜਿਹੜਾ ਕਿ ਸਭ ਤੋਂ ਖਤਰਨਾਕ ਹੈ। ਮੈਂ ਇਹ ਗੱਲ ਦੱਸ ਦਿੰਦਾ, ਮੈਨੂੰ ਇਹ ਗੱਲ ਦੱਸਣ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜੇਕਰ ਕਿਸੇ ਵੀ ਸਟੇਟ ਦਾ, ਕਿਸੇ ਦੇਸ਼ ਦਾ ਵਿਦਿਅਕ ਢਾਂਚਾ ਜੇ ਕਮਜ਼ੋਰ ਹੋ ਗਿਆ ਤਾਂ ਤੁਸੀਂ ਸਮਝ ਲਓ ਉਸ ਸਟੇਟ ਦਾ, ਉਸ ਦੇਸ਼ ਦਾ ਭਵਿੱਖ ਗਿਆ। ਤੇ ਸੱਚਮੁੱਚ ਇਹ ਦੇਖ ਲਓ ਕਿ ਅੱਜ ਪੰਜਾਬ ਦੇ ਵਿਦਿਅਕ ਢਾਂਚੇ ਨੂੰ, ਜਿਹੜਾ ਕਿ ਬਹੁਤ ਅਮੀਰ ਹੈ, ਜਿਹਦੀ ਸੁਚੱਜੀ ਵਰਤੋਂ ਕਰਨੀ ਖਤਮ ਕੀਤੀ ਜਾ ਰਹੀ ਹੈ ਤੇ ਉਸ ਨੂੰ ਖਤਮ ਕਰਨ ਦਾ ਇੱਕ ਯੋਜਨਾਬੱਧ ਤਰੀਕੇ ਨਾਲ ਜਿਹੜਾ ਹੈਗਾ ਕੰਮ ਕਰ ਰਹੇ ਅਫਸਰ। ਇਹ ਮੈਂ ਤੁਹਾਨੂੰ ਖੁੱਲ੍ਹੇਆਮ ਚੈਲੰਜ ਕਰਕੇ ਕਹਿਣਾ ਵੀ ਜੇਕਰ ਸਰਕਾਰ ਦੀ ਨੀਤੀ ਸਹੀ ਹੋਵੇ ਤਾਂ ਕਦੇ ਵੀ ਲੋਕਾਂ ਦੇ ਵਿੱਚ ਤੇ ਸਿੱਖਿਆ ਸੰਸਥਾਵਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਮੁੱਦੇ, ਇਸ ਤਰ੍ਹਾਂ ਦੀ ਦੁਸ਼ਮਣੀ, ਇਸ ਤਰ੍ਹਾਂ ਦੇ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਜਿੰਨੇ ਆਰਡਰ ਸਰਕਾਰ ਹੁਣ ਇਸ ਟਾਈਮ ਦੇ ਉੱਤੇ ਕਰੀ ਜਾਂਦੀ ਹੈ ਸਕੂਲ ਐਜੂਕੇਸ਼ਨ ਨੂੰ ਲੈ ਕੇ, ਟੋਟਲ ਜਿਹੜੇ ਹੈਗੇ ਆ ਉਹ ਸਕੂਲਾਂ ਦੇ ਵਿਦਿਅਕ ਢਾਂਚੇ ਦੇ ਤੇ ਮਾਪਿਆਂ ਦੇ ਤੇ ਬੱਚਿਆਂ ਦੇ ਵਿਚਾਲੇ ਦੁਸ਼ਮਣੀਆਂ ਪਾਉਣ ਵਾਲੇ ਆ। ਚੱਠਾ ਸਾਹਿਬ, ਜਿਹੜੀ ਸਿੱਖਿਆ ਨੀਤੀ ਨਵੀਂ ਆਈ ਆ ਕਾਲਜਾਂ ਦੇ ਵਿੱਚ ਕਹਿੰਦੇ ਲਾਗੂ ਹੋਣ ਲੱਗ ਗਈ, ਸਕੂਲਾਂ ਦੇ ਵਿੱਚ ਨਵੇਂ ਸੈਸ਼ਨ ਤੋਂ ਲਾਗੂ ਹੋ ਜਾਣੀ ਆ, ਉਸ ਸਿੱਖਿਆ ਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਉਸ ਦਾ ਪ੍ਰਭਾਵ ਤੁਹਾਡੇ ਤੇ ਕੀ ਰਹੂਗਾ ਤੇ ਬੱਚਿਆਂ ਤੇ ਕੀ ਰਹੂਗਾ? ਪਹਿਲੀ ਰਤਨਦੀਪ ਜੀ, ਇਹ ਬੜਾ ਸਿਧਾਂਤਕ ਸਵਾਲ ਹੈ ਜਿਹੜਾ ਨਿਊ ਐਜੂਕੇਸ਼ਨ ਪਾਲਿਸੀ। ਮੈਨੂੰ ਇਹ ਲੱਗਦਾ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਆਪਣੀ ਗੱਲ ਕਿਸੇ ਪਾਸੇ ਹੋਰ ਵਿਸ਼ੇ ਵੱਲ ਆ ਗਈ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਇਹ ਕੋਈ ਅੱਜ ਨਵੀਂ ਨਹੀਂ ਆਈ ਹੈ। ਇਹ 1962-65 ਤੋਂ ਜਦੋਂ ਤੋਂ ਆਪਣੀ ਸਿੱਖਿਆ ਜਿਹੜੀ ਹੈਗੀ ਹੈ ਉਹ ਜਿਵੇਂ ਗਰੋ ਕਰਦੀ ਹੈ, ਇਹਦਾ 15-20 ਸਾਲਾਂ ਬਾਅਦ, 10 ਸਾਲਾਂ ਬਾਅਦ, 15 ਸਾਲਾਂ ਬਾਅਦ, 20 ਸਾਲਾਂ ਬਾਅਦ ਇਹਦਾ ਰਿਵਿਊ ਹੋਣਾ ਹੀ ਹੁੰਦਾ। ਕਿਉਂਕਿ ਜਿਵੇਂ ਤਰੱਕੀ ਹੁੰਦੀ ਹੈ, ਲੋੜਾਂ, ਸਮਾਜ ਬਦਲਦਾ, ਪਰਿਵਰਤਨ ਆਉਂਦੇ ਆ, ਉਸ ਤਰੀਕੇ ਨਾਲ ਸਾਡੀ ਸਿੱਖਿਆ ਨੇ ਵੀ ਬਦਲਣਾ ਹੁੰਦਾ ਤੇ ਸਾਡੀਆਂ ਸਿੱਖਿਆ ਦੇ ਵਿੱਚੋਂ ਨਵੀਆਂ ਉਮੀਦਾਂ ਬਣਾਉਣ ਵਾਸਤੇ, ਨਵੇਂ ਢਾਂਚੇ ਨੂੰ ਲੈ ਕੇ ਆਉਣ ਵਾਸਤੇ ਤੇ ਉਹ ਜਿਹੜੀ ਪਾਲਿਸੀ ਹੈ ਫਿਰ ਉਹਨੂੰ ਰਿਵਾਈਜ਼ ਕੀਤਾ ਜਾਂਦਾ ਹੈ। ਪਹਿਲਾਂ ਵਾਲੀ ਐਜੂਕੇਸ਼ਨ ਤਾਂ ਇਸੇ ਤਰੀਕੇ ਦੇ ਨਾਲ ਜਿਵੇਂ ਹੁਣ ਪਹਿਲਾਂ 1962 'ਚ ਸੀ ਬਣੀ ਸੀ, ਫਿਰ ਉਹ ਤੋਂ ਬਾਅਦ 1986, ਫਿਰ ਥੋੜ੍ਹੀਆਂ ਚੀਜ਼ਾਂ 1992 'ਚ ਕੀਤੀਆਂ, ਤਾਂ ਹੁਣ ਇਹ 2013 ਦੇ ਵਿੱਚ ਇਹ ਪਾਲਿਸੀ, ਨਿਊ ਐਜੂਕੇਸ਼ਨ ਪਾਲਿਸੀ, ਉਹਦਾ ਖਰੜਾ ਤਿਆਰ ਹੋਣਾ ਸ਼ੁਰੂ ਹੋਇਆ ਸੀ, ਜਿਹੜਾ ਕਿ 2020 ਦੇ ਵਿੱਚ ਬਣ ਕੇ ਤਿਆਰ ਹੋਇਆ ਸੀ। ਉਹ ਫਿਰ 471 ਦਾ ਖਰੜਾ ਸੀਗਾ। ਉਹ 471 ਦੇ ਵਿੱਚੋਂ ਹੁਣ ਜਿਹੜਾ ਨਵਾਂ ਲੇਟੈਸਟ, ਉਹਦੇ ਵਿੱਚੋਂ ਕੁਝ ਅੰਸ਼, ਨਿਊ ਐਜੂਕੇਸ਼ਨ ਪਾਲਿਸੀ ਨਹੀਂ ਆਈ, ਉਹਦੇ ਸਿਰਫ ਕੁਝ ਅੰਸ਼ ਆਏ ਆ, ਕੁਝ ਪਾਰਟ ਆਇਆ, ਸਿਰਫ ਸਿਧਾਂਤਕ ਪੱਖ ਆਇਆ ਵੀ ਐਂ ਕਰਾਂਗੇ, ਪਰ ਉਹ ਕਿਵੇਂ ਹੋਊਗਾ, ਇਸ ਤਰੀਕੇ ਨਾਲ ਹੋਊਗਾ, ਉਹ ਅਜੇ ਬਾਹਲੀ ਭਵਿੱਖ ਦੀ ਗੱਲ ਪਈ ਹੈ। ਮੈਂ ਨਿਊ ਐਜੂਕੇਸ਼ਨ ਪਾਲਿਸੀ ਦੇ ਸੰਬੰਧ 'ਚ ਇਹ ਕਹਿਣਾ ਚਾਹੂੰਗਾ ਕਿ ਇਹ ਕੋਈ ਕਾਨੂੰਨ ਹਜੇ ਤੱਕ ਐ ਨਹੀਂ ਹੈ ਵੀ ਪਾਸ ਹੋ ਗਿਆ, ਬਣ ਗਿਆ, ਲਾਗੂ ਹੋ ਗਿਆ ਜਾਂ ਕੁਝ ਵੀ ਹੈ। ਸਰਕਾਰ ਨੇ ਇਹਦੇ 'ਚੋਂ ਕਿੰਨਾ ਕੁ ਕੁਝ ਲਾਗੂ ਕਰਨਾ, ਕਿੰਨਾ ਕੁ ਇਹਨੂੰ ਕੱਟਣਾ, ਕੀ ਇਹ ਸਾਡੇ ਵਾਸਤੇ ਕੁਝ ਲੋਲੀਪੌਪ ਹੈ ਜਾਂ ਉਹੀ ਗੱਲਾਂ ਕਰਨ ਵਾਸਤੇ, ਤਾਂ ਇਹ ਅਜੇ ਭਵਿੱਖ ਦੀ ਕੁੱਖ 'ਚ ਹੈ। ਜਿਵੇਂ ਕਿ ਮੈਂ ਇੱਥੇ ਬੜਾ ਬੇਬਾਕੀ ਨਾਲ ਕਹੂੰਗਾ ਕਿ ਪਹਿਲਾਂ ਜਦੋਂ ਪਾਲਿਸੀ ਆਈ ਸੀ, ਨਿਊ ਐਜੂਕੇਸ਼ਨ ਪਾਲਿਸੀ ਆਈ ਸੀ, ਤਾਂ ਉਦੋਂ ਇਹ ਗੱਲ ਸਾਨੂੰ ਸ਼ੰਕਾ ਸੀਗੀ, ਅਸੀਂ ਵੀ ਬੜੀਆਂ ਚਰਚਾਵਾਂ ਕੀਤੀਆਂ, ਬੜੇ ਸਵਾਲ ਜਿਹੜੇ ਹੈਗੇ ਆ ਉਹ ਸੈਂਟਰ ਗੌਰਮੈਂਟ ਨੂੰ ਭੇਜੇ ਆ, ਪੰਜਾਬ ਗੌਰਮੈਂਟ ਨੂੰ ਵੀ ਅਸੀਂ ਬਣਾ ਕੇ ਉੱਥੋਂ ਵੀ ਜਵਾਬ ਬਣਵਾਏ ਆ। ਤਾਂ ਉਦੋਂ ਇਹ ਸ਼ੰਕਾ ਸੀ ਵੀ ਇਹ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਇਹ ਇਕੱਲੇ ਪ੍ਰਾਈਵੇਟੇਸ਼ਨ ਨੂੰ ਬੜਾਵਾ ਦੇਊਗੀ, ਇਹ ਲੋਕਾਂ ਦਾ ਗਲ ਵੱਢੂਗੀ। ਦੂਜੀ ਗੱਲ, ਇਹਦੇ ਵਿੱਚੋਂ ਸਿਧਾਂਤਕ ਗੱਲਾਂ ਜਿਹੜੀਆਂ ਸਾਡੀ ਐਜੂਕੇਸ਼ਨ ਦਾ ਮੂਲ ਸਿਧਾਂਤ ਹੁੰਦਾ, ਮੂਲ ਸਿਧਾਂਤ ਇਕੱਲੇ ਨੰਬਰ ਦੇਣੇ ਨਹੀਂ ਹੁੰਦੇ, ਉਹਨਾਂ ਚੀਜ਼ਾਂ ਨੂੰ ਇਹ ਜਿਹੜੀ ਪਾਲਿਸੀ ਹੈ ਉਹ ਖਤਰਨਾਕ ਮੋੜ ਤੇ ਲੈ ਜਾਊਗੀ। ਤੀਜੀ ਗੱਲ, ਸਾਨੂੰ ਇਹ ਸੀਗਾ ਭਗਵਾਂਕਰਨ ਜਿਹੜਾ ਉਹ ਆਏਗਾ ਵੀ, ਕਿਉਂਕਿ ਬੀਜੇਪੀ ਦੀ ਗੌਰਮੈਂਟ, ਮੈਨੂੰ ਬੇਬਾਕੀ ਨਾਲ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈ। ਸਾਨੂੰ ਇਹ ਲੱਗਦਾ ਸੀ ਕਿ ਸਾਡੇ ਉੱਤੇ ਕੁਝ ਚੀਜ਼ਾਂ ਥੋਪੀਆਂ ਜਾਣਗੀਆਂ, ਕੁਝ ਇਹ ਚੀਜ਼ਾਂ ਮੈਂ ਕਹਿੰਦਾ ਵੀ ਪਹਿਲੀ ਨਜ਼ਰੇ ਸਾਨੂੰ ਨਜ਼ਰ ਨਹੀਂ ਪੈ ਰਹੀਆਂ। ਚੰਗੀ ਗੱਲ ਜਿਹੜੀ ਸਾਨੂੰ ਇਹ ਲੱਗਦਾ ਇਹਦੇ ਵਿੱਚ, ਹੁਣ ਜੇ ਤੁਸੀਂ ਪੁੱਛੋ ਤਾਂ ਇਹਦੇ ਵਿੱਚ ਨਾ ਕੁਝ ਬਦਲਾਅ ਜਿਹੜੇ ਆਏ ਆ, ਇਨਫਰਾਸਟਰਕਚਰਲ ਬਦਲਾਅ ਆਏ ਆ, ਕੁਛ ਜਿਹੜੇ ਬਦਲਾਅ ਆਏ ਆ, ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਐਜੂਕੇਸ਼ਨ ਸਿਸਟਮ ਨੂੰ ਬਦਲਣ ਦੇ, ਜਿਹਦੇ ਵਿੱਚੋਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ। ਵੀ ਪਹਿਲੀ ਗੱਲ, 12 ਸਾਲ ਤੱਕ, ਮੈਂ ਮੋਟੀ ਗੱਲ ਤੁਹਾਨੂੰ ਦੱਸ ਦੇਣਾ ਵੀ ਪਹਿਲੀ ਤੱਕ 12 ਰਾਈਟ ਟੂ ਐਜੂਕੇਸ਼ਨ ਦਾ ਸਿਸਟਮ ਹੁੰਦਾ ਸੀ ਕਿ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਸੀ ਬੱਚੇ ਨੂੰ ਪੜ੍ਹਾਉਣਾ ਜੀ। 12 ਸਾਲ, 1 ਸਾਲ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 12 ਸਾਲ ਬੱਚਾ ਓਨ ਕਰਦੀ ਸੀ। ਹੁਣ ਇਹਦੇ ਚੰਗੀ ਗੱਲ ਕੀ ਹੈ ਕਿ ਹੁਣ ਇਹਨੇ 15 ਸਾਲ ਕਰਤੇ ਵੀ ਇਹ 15 ਸਾਲ
+1 +2 ਪਹਿਲਾਂ 12 ਸਾਲ ਤੱਕ ਕਰਦੇ ਸੀ ਨਾ, ਹੁਣ ਇਹਨਾਂ ਨੇ 5 3 3 ਤੇ +4 5 ਜਾਣੀ 5 ਸਾਲ, ਫਿਰ 3 ਸਾਲ, ਫਿਰ 3 ਸਾਲ, ਫਿਰ 4 ਸਾਲ। ਤਾਂ ਇਸ ਤਰੀਕੇ ਨਾਲ 15 ਬਣ ਗਏ। 15 ਸਾਲ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੇ ਉੱਤੇ ਜਿਹੜੀ ਆਉਣ ਵਾਲੀ ਆ, ਜੇ ਪਾਲਿਸੀ ਲਾਗੂ ਹੁੰਦੀ ਹੈ ਚੰਗੀ ਗੱਲ ਹੈ। ਉਹਦਾ ਕੀ ਹੈ ਕਿ ਪਹਿਲਾਂ ਅਸੀਂ 6 ਸਾਲ ਦਾ ਬੱਚਾ ਦਾਖਲ ਕਰਦੇ ਸੀ ਤੇ ਪਹਿਲਾਂ ਪ੍ਰੀ ਨਰਸਰੀ ਜਾਂ ਹੋਰ ਇਸ ਤਰ੍ਹਾਂ ਦੇ ਉਹ ਬੱਚੇ ਆ ਜਿਹੜੇ ਉਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ ਹੁੰਦੀ, ਉਹ ਸਾਡੇ ਅਸੀਂ ਪਲੇ ਵੇ 'ਚ ਜਾਂ ਹੋਰ ਕਰਦੇ। ਪਰ ਹੁਣ ਇਹ ਕਹਿੰਦੇ ਵੀ ਸਰਕਾਰੀ ਸਕੂਲਾਂ 'ਚ ਅਸੀਂ ਇਹਨਾਂ ਚੀਜ਼ਾਂ ਨੂੰ ਜਾਂ ਪ੍ਰਾਈਵੇਟ ਸਕੂਲਾਂ 'ਚ ਇਹਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ, ਸਰਕਾਰੀ ਉਹ ਕਹਿੰਦੀ ਹੈ। ਤਾਂ ਉਸੇ ਤਰੀਕੇ ਨਾਲ ਜਿਹੜੀ 3 ਸਾਲ ਵੱਧ ਗਏ। ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਸਰਕਾਰ ਦੇ ਵਿੱਚ ਜਿਹੜਾ ਬੱਚਿਆਂ ਦੇ ਵਿੱਚ ਰੱਟਾ ਪ੍ਰਣਾਲੀ ਸੀ, ਉਸ ਚੀਜ਼ ਨੂੰ ਇਹਨਾਂ ਨੇ ਕਾਫੀ ਚੀਜ਼ਾਂ ਉਹਦੇ ਚੋਂ ਅਵੈਲੂਏਸ਼ਨ ਦੇ ਰੂਪ ਦੇ ਵਿੱਚ ਜਿਹੜੀਆਂ ਹੈਗੀਆਂ ਮੋਡੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਰੱਟਾ ਪ੍ਰਣਾਲੀ ਨੂੰ, ਕਿਉਂਕਿ 3 ਤੋਂ ਬਾਅਦ ਜਾਣੀ 9ਵੀਂ ਦੇ ਵਿੱਚ ਜਾ ਕੇ ਬੱਚਾ ਜਿਹੜਾ ਹੈਗਾ ਉਹ ਪ੍ਰੋਫੈਸ਼ਨਲ ਸਬਜੈਕਟ ਚੁਣੂਗਾ। +1 +2 ਅੱਗੇ ਕੀ ਹੁੰਦਾ ਸੀ ਵੀ 10ਵੀਂ ਤੱਕ ਸਾਨੂੰ ਉਹੀ ਸਬਜੈਕਟ ਪੜ੍ਹਨੇ ਪੈਂਦੇ ਹੁੰਦੇ ਸੀ, 11ਵੀਂ 12ਵੀਂ ਜਾ ਕੇ ਅਸੀਂ ਆਪਦੇ ਸਬਜੈਕਟ ਚੁਣਦੇ, 5 ਸਬਜੈਕਟ ਸਾਨੂੰ ਚੁਣਨੇ ਪੈਂਦੇ, ਜਿਹੜੇ ਕਿ ਹੁਣ 9ਵੀਂ ਦੇ ਵਿੱਚੋਂ ਚੁਣ ਸਕਦੇ ਹੋ। 9ਵੀਂ ਦੇ ਵਿੱਚੋਂ ਫਿਰ ਵੱਡੀ ਗੱਲ ਇਹ ਹੋਈ ਕਿ 9ਵੀਂ ਦੇ ਵਿੱਚੋਂ ਤੁਸੀਂ ਸਬਜੈਕਟ ਇਕਨੋਮਿਕਸ ਚੁਣਨਾ ਹੈ, ਕਮਰਸ ਚੁਣਨਾ ਹੈ, ਬਾਇਓਲੋਜੀ ਸਾਇੰਸ ਜੋ ਮਰਜ਼ੀ ਚੁਣਨਾ ਉਹ ਪੜ੍ਹ ਸਕਦੇ ਹੋ। ਹੁਣ ਤੀਜੀ ਗੱਲ ਜਿਹੜੀ ਇਹਦੇ 'ਚ ਆਈ ਹੈ ਕਿ ਤੁਸੀਂ ਇਹਦੇ 'ਚ ਤੁਹਾਡੇ ਤੇ ਬੰਦ ਛੱਡ ਗਈ ਕਿ ਤੁਸੀਂ ਆਰਟਸ ਕਰਨਾ ਹੈ ਕਿ ਸਾਇੰਸ ਕਰਨਾ ਹੈ ਕਿ ਕਮਰਸ ਕਰਨਾ ਹੈ। ਅੱਗੇ ਜੇ ਉਹ ਤੁਸੀਂ ਜੇ ਸਾਇੰਸ ਨਾਨ ਮੈਡੀਕਲ ਲੈਣਾ ਸੀ ਤਾਂ ਤੁਸੀਂ ਪੋਲੀਟੀਕਲ ਸਾਇੰਸ ਨਹੀਂ ਪੜ੍ਹ ਸਕਦੇ ਸੀ, ਜੇ ਤੁਸੀਂ ਕਮਰਸ ਲੈ ਲਿਆ ਤਾਂ ਤੁਸੀਂ ਮਤਲਬ ਜਿਹੜੇ ਹੋਰ ਸਬਜੈਕਟ ਬਾਇਓਲੋਜੀ ਵਗੈਰਾ ਨਹੀਂ ਪੜ੍ਹ ਸਕਦੇ ਸੀ। ਹੁਣ ਇਹਦੇ ਵਿੱਚ ਸਰਕਾਰ ਨੇ ਇਹਨੂੰ ਕਹਿੰਦੇ ਮਲਟੀ ਐਂਟਰੀ ਮਲਟੀ ਐਗਜ਼ਿਟ ਪ੍ਰੋਗਰਾਮ, ਵੀ ਬੱਚਾ ਜੋ ਮਰਜ਼ੀ ਪੜ੍ਹਨਾ ਚਾਹੁੰਦਾ ਉਹ ਪੜ੍ਹੇ, ਜੋ ਮਰਜ਼ੀ ਪੜ੍ਹਨਾ ਚਾਹੁੰਦਾ, ਤੇ ਜਿਸ ਵੀ ਸਟੇਜ ਤੱਕ ਪੜ੍ਹਨਾ ਚਾਹੁੰਦਾ ਇਨਫਰਾਸਟਰਕਚਰ ਉਹ ਉਸ ਤੱਕ ਪੜ੍ਹੇ। ਤਾਂ ਉਹਦੇ ਨਾਲ ਕੀ ਹੈ ਵੀ ਬੱਚਾ ਜੇ ਸਾਇੰਸ ਫਿਜ਼ਿਕਸ ਕੈਮਿਸਟਰੀ ਪੜ੍ਹਨਾ ਚਾਹੁੰਦਾ ਨਾਲ ਜਿਓਗ੍ਰਾਫੀ ਵੀ ਲੈ ਸਕਦਾ। ਤਾਂ ਜਿਹੜਾ ਇਹ ਸਟਰੀਮ ਸਿਸਟਮ ਸੀਗਾ ਇਹ ਵੀ ਉਹਨਾਂ ਨੇ ਬ੍ਰੇਕ ਕੀਤਾ, ਕਿਉਂਕਿ ਉਹਦਾ ਇਹ ਆ ਵੀ ਬੱਚੇ 'ਚ ਪਤਾ ਨਹੀਂ ਕਿਹੋ ਜਿਹਾ ਟੈਲੈਂਟ ਪਿਆ। ਸਕੂਲਾਂ ਲਈ ਇਹ ਚੀਜ਼ ਔਖੀ ਹੋਊਗੀ ਅਡਾਪਟ ਕਰਨੀ। ਬਿਲਕੁਲ ਇਹ ਸਕੂਲਾਂ ਲਈ ਬਹੁਤ ਔਖੀ ਚੀਜ਼ ਹੋਏਗੀ ਉਹਨਾਂ ਨੂੰ, ਕਿਉਂਕਿ ਬਹੁਤ ਵੱਡਾ ਇਨਫਰਾਸਟਰਕਚਰ ਦੇਣਾ ਪਏਗਾ, ਕਿਉਂਕਿ ਇੰਨਾ ਪ੍ਰਬੰਧ ਦੇਣਾ ਸਾਰੇ ਬੱਚਿਆਂ ਦੀ ਹਰ ਬੱਚੇ ਦੀ ਇੱਛਾ ਦੇ ਮੁਤਾਬਕ ਉੱਥੇ ਦੇਣਾ, ਇਹ ਸਕੂਲਾਂ ਦਾ ਚੈਲੰਜ ਹੋਏਗਾ। ਤੇ ਮੈਂ ਕਹਿੰਦਾ ਵੀ ਸਰਕਾਰ ਦਾ ਵੀ ਚੈਲੰਜ ਹੋਏਗਾ, ਇਹ ਸਰਕਾਰ ਦਾ ਵੀ ਚੈਲੰਜ ਹੋਊਗਾ। ਉੱਥੇ ਸੰਸਥਾਵਾਂ ਦੀ ਬਹੁਤ ਜਾਣੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਵੱਧ ਜਾਏਗੀ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਬਹੁਤ ਸੋਹਣੀ ਗੱਲ ਤੁਸੀਂ ਕੈਚ ਕੀਤੀ ਹੈ। ਹੁਣ ਉਹ ਤੋਂ ਬਾਅਦ ਮੈਂ ਮੋਟੀ ਗੱਲ ਕਰਦਾ ਕਿ +2 ਤੋਂ ਬਾਅਦ ਅੱਗੇ ਕੀ ਕਰਦੇ ਹੁੰਦੇ ਸੀ ਕਿ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਲੈਂਦੇ ਸੀ। +2 ਤੱਕ ਆਪਾਂ ਪਹੁੰਚ ਗਏ ਮੋਟਾ ਤੇ ਉਹ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਜੇ ਅਸੀਂ BA ਦੇ ਵਿੱਚ ਦਾਖਲਾ ਲੈ ਲਿਆ ਤਾਂ ਅਸੀਂ ਉਹਦੇ ਵਿੱਚ BA 'ਚ ਜਿਹੜੇ ਸਬਜੈਕਟ ਚੁਣ ਲਏ ਤਾਂ ਉਹ ਸਾਨੂੰ 3 ਸਾਲ ਤੱਕ ਬੈਚਲਰ ਡਿਗਰੀ ਪੜ੍ਹਨੀ ਪੈਂਦੀ ਸੀ, ਉਸ ਤੋਂ ਬਾਅਦ 2 ਸਾਲ ਸਾਨੂੰ ਮਾਸਟਰ ਕਰਨੀ ਪੈਂਦੀ ਹੁੰਦੀ ਸੀ। ਤਾਂ ਇਸ ਤਰੀਕੇ ਨਾਲ ਅੱਗੇ ਫਿਰ MPhil ਕਰਨੀ ਪੈਂਦੀ, ਫਿਰ ਅਸੀਂ PhD ਪਰ ਇੱਥੇ ਇੱਕ ਬੜੀ ਸੋਹਣੀ ਚੇਂਜ ਹੋਈ ਆ ਕਿ +2 ਤੱਕ ਤੁਸੀਂ ਜਦੋਂ ਪੜ੍ਹ ਗਏ ਬੱਚੇ 12ਵੀਂ ਤੱਕ ਪੜ੍ਹ ਗਏ, ਉਦੋਂ ਬਾਅਦ ਤੁਹਾਡੇ ਕੋਲੇ ਮਲਟੀ ਐਂਟਰੀ ਮਲਟੀ ਐਗਜ਼ਿਟ ਪ੍ਰੋਗਰਾਮ ਹੈਗਾ ਕਿ ਤੁਸੀਂ ਜੇਕਰ 1 ਸਾਲ ਪੜ੍ਹਨਾ ਤਾਂ ਤੁਹਾਨੂੰ ਅੱਗੇ ਕੀ ਹੁੰਦਾ ਵੀ ਜੇ 3 ਸਾਲ ਸਾਨੂੰ ਪੜ੍ਹਨਾ ਜ਼ਰੂਰੀ ਹੁੰਦਾ ਸੀ, ਨਹੀਂ ਤਾਂ ਸਾਡੀ ਡਿਗਰੀ ਖਰਾਬ ਹੋ ਜਾਂਦੀ ਸੀ, ਉਹਦੀ ਵੈਲਿਊ ਨਹੀਂ ਰਹਿੰਦੀ ਸੀ। ਹੁਣ ਇਹਦੇ 'ਚ ਇਹ ਆ ਕਿ ਜੇਕਰ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਲੈ ਲਿਆ, 4 ਈਅਰ ਪ੍ਰੋਗਰਾਮ ਹੈ ਗ੍ਰੈਜੂਏਸ਼ਨ, 4 ਈਅਰ ਦਾ ਪ੍ਰੋਗਰਾਮ ਹੈ। ਜੇ ਗ੍ਰੈਜੂਏਸ਼ਨ ਦਾਖਲਾ ਲੈ ਲਿਆ ਤੁਸੀਂ 1 ਸਾਲ ਪੜ੍ਹੇ ਤਾਂ ਉਹਦੀ ਅੱਡ ਵੈਲਿਊ ਬਣ ਜਾਏਗੀ। 1 ਸਾਲ ਤੋਂ ਬਾਅਦ ਤੁਹਾਨੂੰ ਪੜ੍ਹਾਈ ਛੱਡਣੀ ਪੈਗੀ, ਤੁਹਾਨੂੰ ਕੁਝ ਵੀ ਕਰਨਾ, ਸਰਟੀਫਿਕੇਟ ਕੋਰਸ ਮਿਲੇਗਾ। ਜੇ ਤੁਸੀਂ 2 ਸਾਲ ਪੜ੍ਹ ਲਏ ਤੁਸੀਂ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਪਲੋਮਾ ਸਰਟੀਫਿਕੇਟ ਮਿਲ ਜਾਏਗਾ। ਜੇ 3 ਸਾਲ ਕੰਪਲੀਟ ਕਰ ਲਏ ਤਾਂ ਤੁਹਾਨੂੰ ਬੈਚਲਰ ਡਿਗਰੀ ਮਿਲ ਜਾਏਗੀ। ਜੇ ਚੌਥਾ ਸਾਲ ਤੁਸੀਂ ਪੜ੍ਹ ਕੇ ਪੜ੍ਹਾਈ ਛੱਡਦੇ ਹੋ ਤਾਂ ਤੁਹਾਨੂੰ ਮਾਸਟਰ ਡਿਗਰੀ ਰਿਸਰਚ ਦੀ ਜਿਹੜੀ ਡਿਗਰੀ ਉਹ ਮਿਲ ਜਾਏਗੀ, ਤੇ ਤੁਸੀਂ ਰਿਸਰਚ ਹੈ ਜਿਹੜਾ ਉਹ ਅੱਗੇ ਤੁਸੀਂ ਬਿਨਾਂ MPhil ਕੀਤੇ ਤੋਂ PhD ਕਰ ਸਕੋਗੇ। ਤਾਂ ਇਸ ਤਰੀਕੇ ਦੇ ਨਾਲ ਮੈਨੂੰ ਇਹ ਲੱਗਦਾ ਕਿ ਬਹੁਤ ਵੱਡੀ ਰਾਹਤ ਹੈ। ਇੱਕ ਚੱਠਾ ਸਾਹਿਬ ਹੋਰ ਗੱਲ ਜਿਹੜੀ ਇਵੈਲੂਏਸ਼ਨ ਸਿਸਟਮ ਆ ਜਾਂ ਹੋਰ ਸਿਸਟਮ, ਉਹਦੇ 'ਚ ਇਹ ਗੱਲ ਵੀ ਨਿਕਲ ਕੇ ਆਈ ਹੈ ਜਿਹੜਾ ਫੇਲ ਕਰਨ ਵਾਲਾ ਗਾ ਸਿਸਟਮ ਉਹ ਬੰਦ ਹੋ ਗਿਆ, ਵੀ ਸਾਰਿਆਂ ਨੂੰ ਪਾਸ ਹੀ ਕਰਨਾ, ਪਾਸ ਹੀ ਕਰਦੇ ਜਾਓ। ਇਹ ਚੀਜ਼ ਨੂੰ ਕਿਵੇਂ ਮੈਨੂੰ ਇਹ ਲੱਗਦਾ ਕਿ ਬੜੀ ਬਹੁਤ ਜ਼ਰੂਰੀ ਗੱਲ ਹੈ। ਇਵੈਲੂਏਸ਼ਨ ਦੇ ਵਿੱਚ ਨਾ ਅੱਗੇ ਕੀ ਹੁੰਦਾ ਸੀਗਾ, ਇਵੈਲੂਏਸ਼ਨ ਇਕੱਲਾ ਪਾਸ ਕਰਨ ਵਾਲਾ ਕੰਮ ਨਹੀਂ, ਇਹ ਐਜੂਕੇਸ਼ਨ ਜਿਹੜੀ ਹੁੰਦੀ ਆਲ ਰਾਊਂਡ ਡਿਵੈਲਪਮੈਂਟ ਹੁੰਦੀ ਅਸਲ 'ਚ। ਬੱਚੇ ਨੇ ਉਮਰ ਤਾਂ ਵਧਣੀ ਹੈ, ਤੁਸੀਂ ਫੇਲ ਕਰਕੇ ਕਿੱਥੇ ਰੱਖੀ ਰੱਖੋਗੇ ਉਹਨੂੰ। ਅਸਲ ਦੇ ਵਿੱਚ ਗੱਲ ਇਹ ਸੀ ਪਹਿਲਾ ਸਿਸਟਮ ਜਿਹੜਾ ਪਾਸ ਫੇਲ ਕਰਨ ਵਾਲਾ ਹੋਰ ਸੀਗਾ। ਹੁਣ ਜਿਵੇਂ ਹੁਣ ਪਹਿਲੀ ਤੋਂ ਲੈ ਕੇ ਤਾਂ ਉਹਨਾਂ ਨੇ ਤਾਂ ਰੇਤੇ ਮਿੱਟੀ 'ਚ ਹੀ ਖੇਡਣਾ, ਪਹਿਲੀ ਤੋਂ ਲੈ ਕੇ ਜਾਣੀ ਪ੍ਰੀ ਨਰਸਰੀ ਤੋਂ ਲੈ ਕੇ ਜਿਹੜਾ ਪਲੇਵੇ ਵਾਲਾ ਸਿਸਟਮ ਹੈ ਉਹਨਾਂ ਨੂੰ ਕੋਈ ਪੜ੍ਹਾਈ ਨਹੀਂ, ਕੋਈ ਟੈਸਟ ਨਹੀਂ, ਕੋਈ ਲੈਣ ਨਹੀਂ ਦੇਣੀ। ਉਦੋਂ ਬਾਅਦ ਅਗਲੇ 3 ਸਾਲ ਆ ਜਿਹੜੇ ਉਹ ਉਹਨਾਂ ਨੇ ਆਪਦੀ ਮਦਰ ਲੈਂਗੁਏਜ ਦੇ ਵਿੱਚ ਉਹਨਾਂ ਨੇ ਜਿਹੜੀਆਂ ਵੀ ਚੀਜ਼ਾਂ ਸਿੱਖਣੀਆਂ ਉਹਦੇ 'ਚ ਕੋਈ ਅਸਲ ਦੀ ਗੱਲ ਨਹੀਂ। ਉਦੋਂ ਬਾਅਦ ਉਹਨਾਂ ਦੀ ਇਵੈਲੂਏਸ਼ਨ ਸ਼ੁਰੂ ਹੋਣੀ ਆ। ਇਵੈਲੂਏਸ਼ਨ ਸ਼ੁਰੂ ਹੋ ਗਈ ਜਦੋਂ ਇਵੈਲੂਏਸ਼ਨ ਦੇ ਵਿੱਚ ਕਿ ਟੀਚਰ ਨੇ ਇਵੈਲੂਏਟ ਨਹੀਂ ਕਰਨਾ, ਤੁਹਾਡੀਆਂ ਪ੍ਰੀਖਿਆਵਾਂ ਜਿਹੜੀਆਂ ਹੈਗੀਆਂ ਉਹ ਛਮਾਹੀ
ਹੋਣਗੀਆਂ। ਹਰ 6 ਮਹੀਨੇ ਬਾਅਦ ਪੇਪਰ ਹੋਇਆ ਕਰਨਗੇ। ਅੱਗੇ ਸਕੂਲਾਂ ਦੇ ਸਾਲ ਬਾਅਦ ਪੇਪਰ ਹੁੰਦੇ ਆ, ਪਰ ਹਰ 6 ਮਹੀਨੇ ਬਾਅਦ ਸਮੈਸਟਰ ਸਿਸਟਮ ਹੈ ਜਿਹੜਾ ਉਸ ਮਤਲਬ ਪੜ੍ਹਾਈ ਦੇ ਵਿੱਚ ਲੱਗੂਗਾ। ਹੁਣ ਇਹਦੇ 'ਚ ਅਵੈਲੂਏਸ਼ਨ ਦਾ ਇਹ ਹੈ ਕਿ ਬੱਚੇ ਨੇ ਆਪਣੇ ਆਪ ਨੂੰ ਅਵੈਲੂਏਟ ਵੀ ਕਰਨਾ। ਤੁਸੀਂ ਦੇਖਿਆ ਹੋਣਾ ਕਿ ਜਿਹੜੀ ਸਾਡੀ ਪਰਸਨੈਲਿਟੀ ਆ, ਸਾਡੀ ਪਰਸਨੈਲਿਟੀ ਸਾਨੂੰ ਇਹ ਪਤਾ ਲੱਗਦਾ ਵੀ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾ ਕੇ ਵੀ ਫੈਸਲਾ ਨਹੀਂ ਕਰ ਪਾਉਂਦੇ। ਸਾਡੇ ਹੁਣ ਜਿਹੜੇ ਬੱਚਿਆਂ ਦੇ ਵਿੱਚ ਇਹ ਚੀਜ਼ ਕਮੀ ਆ ਰਹੀ ਹੈ ਕਿ 10ਵੀਂ ਤੋਂ ਬਾਅਦ ਤੱਕ ਹੀ ਸਾਨੂੰ ਪੋਸਟ ਗ੍ਰੈਜੂਏਸ਼ਨ ਕਰਕੇ ਨਹੀਂ ਪਤਾ ਲੱਗਦਾ ਅਸੀਂ ਪੜ੍ਹਾਂਗੇ ਕੀ। ਉਹ ਬੱਚੇ ਬਿਗਰੀ ਪੜ੍ਹਦੇ ਆਪਦਾ ਜੀਵਨ ਦਾ ਏਮ ਨਹੀਂ ਬਣਾ ਸਕਦੇ ਸੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਮੈਂ ਕਾਬਲ ਕਿਸ ਗੱਲ ਦੇ। ਪਰ ਜਿਹੜੀ ਇਹ ਐਜੂਕੇਸ਼ਨ ਪਾਲਿਸੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਹੁਣ ਲਾਗੂ ਹੋਏ ਤਾਂ ਪਤਾ ਲੱਗੂਗਾ ਕਿ ਇਹਨਾਂ ਨੇ ਐਵੈਲੂਏਸ਼ਨ ਕੀ ਹੈ। ਬੱਚਾ ਆਪਣੇ ਆਪ ਨੂੰ ਆਪ ਨੰਬਰ ਦੇਊਗਾ। ਤੁਸੀਂ ਹੱਸੋਗੇ ਇਸ ਗੱਲ ਤੋਂ ਵੀ ਆਪਣੇ ਆਪ ਨੰਬਰ ਤਾਂ ਫੁੱਲ ਦੇ ਦੂਗਾ, ਉਹ ਦੇਣ ਦਿਓ, ਕੋਈ ਚੱਕਰ ਨਹੀਂ। ਪਰ ਉਹਦੇ ਨੰਬਰਾਂ ਪ੍ਰਤੀ ਉਹਦੀ ਰਿਸਪੌਂਸਿਬਿਲਟੀ ਫਿਕਸ ਹੋ ਜਾਏ ਵੀ ਨੰਬਰ ਤਾਂ ਮੈਂ ਦੇਤੇ। ਉਹਨੂੰ ਬਾਰ-ਬਾਰ ਉਹ ਗੱਲ ਨਾ ਅਹਿਸਾਸ ਕਰਾਏਗੀ ਕਿ ਮੈਂ 10 ਦੇ ਵਿੱਚੋਂ ਆਪਣੇ 10 ਲਾ ਲਏ, ਪਰ ਕੀ ਮੈਂ 10 ਦੇ ਕਾਬਲ ਹਾਂ। ਇਹ ਗੱਲਾਂ ਬਾਰ-ਬਾਰ ਇਹੀ ਐਜੂਕੇਸ਼ਨ ਦਾ ਪਾਰਟ ਹੋਏਗਾ। ਫਿਰ ਉਹਦੇ ਸਾਥੀ ਦੇਣਗੇ ਉਹਨੂੰ ਨੰਬਰ, ਕਲਾਸ ਦੇ ਵਿੱਚ ਉਹਦੇ ਸਾਥੀ ਦੇਣਗੇ। ਅੱਗੇ ਕੀ ਹੁੰਦਾ ਸੀ, ਉਹਨੂੰ ਐਂ ਹੁੰਦਾ ਸੀ ਵੀ ਟੀਚਰ ਹੈ, ਟੀਚਰ ਨੇ ਨੰਬਰ ਦੇਣੇ ਆ। ਅਵੈਲੂਏਸ਼ਨ ਸਾਰਿਆਂ ਦੀ ਇਕੱਠੀ ਹੋਏਗੀ। ਉਹਦੇ ਸਾਥੀ ਉਹਨੇ ਆਪਦੀ ਸਾਰੀ ਕਲਾਸ ਦੇ ਬੱਚਿਆਂ ਤੋਂ, ਹੋਰ ਕਾਲਜ ਦੇ ਸੰਸਥਾ ਦੇ ਬੱਚਿਆਂ ਤੋਂ ਅਵੈਲੂਏਸ਼ਨ ਕਰਾਉਣੀ ਹੈ। ਉਹਨਾਂ ਨੇ ਵੀ ਉਹਨਾਂ ਨੂੰ ਨੰਬਰ ਦੇਣੇ ਆ। ਤਾਂ ਫਿਰ ਉਹ ਦੂਜੇ ਨਾਲ ਉਹਦਾ ਪਿਆਰ, ਸਤਿਕਾਰ, ਹਮਦਰਦੀ, ਇਹ ਚੀਜ਼ਾਂ ਭੈੜਾ ਪ੍ਰਭਾਵ। ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਲਦੀ ਅਡਾਪਟ ਕਰਨਗੇ, ਖਾਸ ਕਰਕੇ ਜੇ ਆਪਾਂ ਦੇਖੋ ਪੇਂਡੂ ਬੱਚਿਆਂ ਦੀ ਗੱਲ। ਮੁਸ਼ਕਿਲ ਤੇ ਹੈ। ਦੇਖੋ ਇਹ ਗੱਲ ਤਾਂ ਕੋਈ ਦੋ ਰਾਇ ਤਾਂ ਹੈ ਨਹੀਂ ਕਿ ਇਸ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੀ ਸਮਝ ਪੈਣੀ ਹਰੇਕ ਬੰਦੇ ਨੂੰ ਮੁਸ਼ਕਿਲ ਆ ਵੀ ਇਹਦਾ ਮਤਲਬ ਕੀ ਹੈ। ਨਹੀਂ ਤਾਂ ਤੁਸੀਂ ਇਹਦਾ ਮਜ਼ਾਕ ਕਹੀਂ ਉੱਡ ਜੂ, ਲੈ ਆਪਣੇ ਆਪ ਨੰਬਰ ਕਿਹਨੇ ਦੇਣੇ ਆ। ਜੇ ਆਪਣੇ ਆਪ ਤਾਂ ਭਾਵੇਂ ਅਗਲਾ 100 ਲਾ ਲੂ, ਮਜ਼ਾਕ ਇਹਦੇ ਬਹੁਤ ਉੱਡਣੇ ਆ। ਕਿਉਂਕਿ ਇਹਨੂੰ ਡੈਪਥ ਤੱਕ ਪੜ੍ਹਨਾ, ਇਹਨੂੰ ਸਮਝਣਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ। ਪਰ ਇਹਦੇ 'ਚ ਜੋ ਚੀਜ਼ਾਂ ਮੈਂ ਕਹਿੰਦਾ ਵੀ ਉਸ ਤੋਂ ਬਾਅਦ ਟੀਚਰ ਬਿਜ਼ਨਸਮੈਨ ਪੜ੍ਹਨਗੇ ਡੈਪਥ ਤੱਕ। ਨਹੀਂ, ਮੈਨੂੰ ਇਹ ਲੱਗਦਾ ਬਿਜ਼ਨਸਮੈਨ ਨੂੰ ਤਾਂ ਲੋੜ ਹੀ ਨਹੀਂ ਪੈਣੀ ਪੜ੍ਹਨ ਦੀ, ਉਹਨੂੰ ਲੋੜ ਨਹੀਂ ਪੈਣੀ। ਇਹਨੂੰ ਪੜ੍ਹਨਗੇ ਸਿੰਸੀਅਰ ਲੋਕ। ਮੈਂ ਹੁਣ ਸੱਚੀ ਗੱਲ ਆ, ਮੈਂ ਬਹੁਤ ਡੂੰਘਾਈ ਨਾਲ ਇਹਨੂੰ ਪੜ੍ਹਿਆ ਕਰਨਾ। ਮੈਂ ਹੋਰ ਕਾਲਜਾਂ ਦੇ ਵਿੱਚ ਵੀ ਟ੍ਰੇਨ ਕਰਨਾ। ਮੈਂ ਇਕੱਲੀ ਗੱਲ ਦੇ ਉੱਤੇ ਸਰਚ ਕਰਨੀ ਆ। ਮੇਰਾ ਇਹ ਮੈਂ ਜਿੱਦਣ ਪਾਲਿਸੀ ਆਈ ਹੈ ਮੈਂ ਉਦੋਂ ਤੋਂ ਲੈ ਕੇ ਇਹਨੂੰ ਪੜ੍ਹੀ ਜਾਣਾ ਵੀ ਇਹ 'ਚੋਂ ਕੀ ਚੰਗਾ ਕੀ ਮਾੜਾ। ਜੀ ਚੱਠਾ ਸਾਹਿਬ, ਆਪਾਂ ਅੱਗੇ ਵੀ ਇਸ ਮੁੱਦੇ ਦੇ ਉੱਤੇ ਬਣੇ ਰਹਾਂਗੇ। ਅੱਗੇ ਵੀ ਆਪਾਂ ਹੋਰ ਮੁਲਾਕਾਤਾਂ ਵੀ ਕਰਾਂਗੇ। ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਥੈਂਕ ਯੂ, ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਵਿਚਾਰ ਪੇਸ਼ ਕਰ ਸਕਿਆ। ਬੜਾ ਅੱਛਾ ਲੱਗਿਆ, ਧੰਨਵਾਦ ਜੀ। ਸੋ ਦੋਸਤੋ, ਇਹ ਸੀ ਸੁਖਮੰਦਰ ਸਿੰਘ ਚੱਠਾ ਸਾਹਿਬ, ਜਿਨ੍ਹਾਂ ਨੇ ਐਜੂਕੇਸ਼ਨ ਪਾਲਿਸੀ ਦੇ ਬਾਰੇ ਸਮਝਾਇਆ ਤੇ ਜੋ ਅੱਜ ਵਿਵਾਦ ਚੱਲ ਰਿਹਾ ਕਰੋਨਾ ਕਰਕੇ ਪੇਰੈਂਟਸ ਦੇ ਵਿੱਚ ਤੇ ਕਾਲਜ ਮੈਨੇਜਮੈਂਟਾਂ ਦੇ ਵਿੱਚ, ਉਸ ਨੂੰ ਵੀ ਆਪਾਂ ਨੂੰ ਡੀਪਲੀ ਦੇ ਨਾਲ ਸਮਝਾਇਆ। ਉਮੀਦ ਕਰਦੇ ਹਾਂ ਅੱਜ ਦੀ ਮੁਲਾਕਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ। ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।